ਓਕੇ ਜੀ, ਸਾਡਾ ਇੱਕੋ ਹੀ ਚੈਪਟਰ ਹੈ ਸਿਲੇਬਸ ਦਾ ਜੋ ਅਸੀਂ ਸੈਕਸ਼ਨ ਏ ਚੋਂ ਕਰਾਂਗੇ, ਜੋ ਸਾਡਾ ਰਹਿ ਚੁੱਕਿਆ। ਮੈਂ ਐਕਚੁਅਲੀ ਤੁਹਾਨੂੰ ਕਰਵਾਉਣਾ ਸੀਗਾ। ਇਹ ਵਨ ਆਫ ਮਾਈ ਫੇਵਰੇਟ ਚੈਪਟਰ ਹੈ, ਮੋਸਟ ਡੀਅਰ ਟੂ ਆਲ ਦਾ ਮਿਊਜ਼ਿਜ਼ ਦਾ ਜਿਹੜਾ ਚੈਪਟਰ ਹੈ ਸਾਡਾ, ਇਹ ਇੰਪੋਰਟੈਂਟ ਵੀ ਹੈ ਬਿਕੋਜ਼ ਇਸੇ ਚੈਪਟਰ ਦੇ ਨੇਮ ਤੇ ਸਾਡੀ ਬੁੱਕ ਦਾ ਨਾਮ ਹੈ। ਇਸ ਚੈਪਟਰ ਚੋਂ ਕੁਛ ਨਾ ਕੁਛ ਜ਼ਰੂਰ ਆਊਗਾ, ਚਾਹੇ ਕੋਈ ਆਬਜੈਕਟਿਵ ਟਾਈਪ ਕੁਐਸਚਨ ਆ ਜੇ, ਚਾਹੇ ਸ਼ਾਰਟ ਆਂਸਰ ਟਾਈਪ ਕੁਐਸਚਨ ਆ ਜੇ, ਜਾਂ ਮੋਸਟ ਪ੍ਰੋਬੇਬਲੀ ਤੁਹਾਡਾ ਕੰਪਰੀਹੈਂਸ਼ਨ ਆ ਜੇ। ਤਾਂ ਕੁਛ ਨਾ ਕੁਛ ਬੇਟਾ ਇਸ ਚੈਪਟਰ ਚੋਂ ਜ਼ਰੂਰ ਆਊਗਾ। ਜੋ ਵੀ ਕੁਛ ਆਪਣੇ ਕੋਲੇ ਹੈ, ਜੋ ਤੁਹਾਨੂੰ ਐਜੂਕੇਸ਼ਨ ਪੋਰਟਲ ਵਾਲੀ ਸਾਈਟ ਤੋਂ ਅਵੇਲੇਬਲ ਹੈ, ਤੁਸੀਂ ਕਰ ਲੈਣਾ ਹੈ। ਮੈਂ ਤੁਹਾਨੂੰ ਆਲਰੇਡੀ ਇਸ ਦੇ ਦੋ ਕੰਪਰੀਹੈਂਸ਼ਨ ਸਮਝਾ ਚੁੱਕਿਆ, ਜੋ ਪੋਰਟਲ ਦੀ ਵੈਬਸਾਈਟ ਤੇ ਦਿੱਤੇ ਹੋਏ ਹੈ। ਜੋ ਪੈਰਾਗ੍ਰਾਫ ਆਂਦਾ ਉਹ ਤਾਂ ਮੈਂ ਦੋਨੇ ਕਰਵਾ ਚੁੱਕਿਆ, ਲੇਕਿਨ ਇਸ ਦੇ ਕੁਐਸਚਨ ਆਂਸਰਸ ਰਹਿੰਦੇ ਸੀ, ਖਾਸ ਤੌਰ ਤੇ ਆਬਜੈਕਟਿਵ ਟਾਈਪ ਤੇ ਸ਼ਾਰਟ ਆਂਸਰ ਟਾਈਪ ਜੋ ਪੇਪਰ ਚ ਆ ਸਕਦੇ ਹੈ। ਤਾਂ ਆਪਾਂ ਇਹੀ ਬੇਟਾ ਜਿਹੜੇ ਕੁਐਸਚਨਸ ਹੈ ਇਹ ਕਰਾਂਗੇ। ਤਾਂ ਜਿਸ ਤਰ੍ਹਾਂ ਤੁਸੀਂ ਇਹ ਪੋਰਟਲ ਦੀ ਵੈਬਸਾਈਟ ਤੋਂ ਮੈਂ ਡਾਊਨਲੋਡ ਕੀਤਾ, ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਾਫੀ ਕੁਝ ਦਿੱਤਾ ਹੋਇਆ ਹੈ ਚੈਪਟਰਸ ਦੇ ਬਾਰੇ। ਤੁਸੀਂ ਇਸ ਨੂੰ ਜੇ ਟਾਈਮ ਮਿਲਦਾ ਤਾਂ ਪੜ੍ਹ ਲਿਓ, ਲੇਕਿਨ ਅਸੀਂ ਡਾਇਰੈਕਟ ਕੁਐਸਚਨਸ ਵੱਲ ਆਨੇ ਹਾਂ। ਸਭ ਤੋਂ ਪਹਿਲਾਂ ਬੇਟਾ ਅਸੀਂ ਆਬਜੈਕਟਿਵ ਟਾਈਪ ਕੁਐਸਚਨ ਜ਼ਰੂਰ ਕਵਰ ਕਰਦੇ ਹਾਂ, ਬਿਕੋਜ਼ ਇੰਪੋਰਟੈਂਟ ਹੈ। ਇਹ ਪੇਪਰ ਚ ਆ ਸਕਦੇ ਆ, ਇਹਨਾਂ ਚੋਂ ਕੋਈ ਵੀ ਆ ਸਕਦਾ। ਤਾਂ ਆਪਾਂ ਹੀ ਕਰਦੇ ਹਾਂ ਜੀ। ਤਾਂ ਜਿੰਨੇ ਵੀ ਦੇ ਰੱਖੇ ਆਪਾਂ ਕਵਰ ਕਰਦੇ ਹਾਂ। ਦੇਖੋ, ਪਹਿਲਾ ਸਾਡਾ ਕੁਐਸਚਨ ਹੈ ਕਿ ਹੂ ਇਜ਼ ਦੀ ਆਥਰ ਆਫ ਦਾ ਲੈਸਨ ਮੋਸਟ ਡੀਅਰ ਟੂ ਆਲ ਦਾ ਮਿਊਜ਼ਿਜ਼, ਕਿ ਇਸ ਚੈਪਟਰ ਦੇ ਰਾਈਟਰ ਕੌਣ ਹੈ? ਡਾਕਟਰ ਐਸ ਰਾਧਾ ਕ੍ਰਿਸ਼ਨਨ, ਸਾਡੇ ਭਾਰਤ ਦੇ ਰਾਸ਼ਟਰਪਤੀ ਹੋਏ ਹੈ ਜੀ, ਸਰਵਪੱਲੀ ਰਾਧਾ ਕ੍ਰਿਸ਼ਨਨ। ਤਾਂ ਤੁਸੀਂ ਇਹਨਾਂ ਦਾ ਨਾਮ ਲਿਖ ਸਕਦੇ ਹੋ, ਡਾਕਟਰ ਐਸ ਰਾਧਾ ਕ੍ਰਿਸ਼ਨਨ। ਇੱਕ ਵਾਰੀ ਲਿਖ ਕੇ ਦੇਖ ਲਿਓ, ਦਾ ਇਸ ਚੈਪਟਰ ਦੇ ਰਾਈਟਰ ਹੈ। ਅੱਛਾ, ਹੂ ਵਾਜ਼ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ? ਕੌਣ ਸੀਗੇ ਜੀ? ਤੇ ਹੀ ਵਾਜ਼ ਅ ਰਿਨਾਊਂਡ ਫਿਲੋਸੋਫਰ ਐਂਡ ਦਾ ਫਾਰਮਰ ਪ੍ਰੈਜ਼ੀਡੈਂਟ ਆਫ ਇੰਡੀਆ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਸਾਡੇ ਫਾਰਮਰ ਪ੍ਰੈਜ਼ੀਡੈਂਟ ਸੀ। ਫਾਰਮਰ ਮਤਲਬ ਜਿਹੜੇ ਪਹਿਲਾਂ ਹੋਏ ਨੇ, ਉਹ ਪ੍ਰੈਜ਼ੀਡੈਂਟ ਰਹੇ ਨੇ। ਆਈ ਥਿੰਕ ਇਹ ਸੈਕਿੰਡ ਪ੍ਰੈਜ਼ੀਡੈਂਟ ਸੀਗੇ ਜੀ ਸਾਡੇ ਇੰਡੀਆ ਦੇ। ਪਹਿਲਾਂ ਡਾਕਟਰ ਰਜਿੰਦਰ ਪ੍ਰਸਾਦ ਸੀ, ਦੂਸਰੇ ਆਈ ਥਿੰਕ ਸਰਵਪੱਲੀ ਰਾਧਾ ਕ੍ਰਿਸ਼ਨਨ ਸੀ। ਅਤੇ ਇਹ ਰਿਨਾਊਂਡ ਫਿਲੋਸਫਰ ਨੇ। ਰਿਨਾਊਂਡ ਦੀ ਥਾਂ ਤੇ ਤੁਸੀਂ ਬੱਚਿਓ ਫੇਮਸ ਵੀ ਲਿਖ ਸਕਦੇ ਹੋ, ਤੁਹਾਨੂੰ ਪਤਾ ਹੈ ਇਹ ਸਿਨੋਨਿਮ ਹੈ। ਤਾਂ ਫੇਮਸ ਇੱਕ ਪ੍ਰਸਿੱਧ ਫਿਲੋਸਫਰ ਸੀ ਜੀ, ਦਾਰਸ਼ਨਿਕ ਸੀਗੇ, ਦਰਸ਼ਨ ਸ਼ਾਸਤਰ ਨਾਲ ਸੰਬੰਧ ਰੱਖਦੇ ਸੀ। ਤਾਂ ਫਿਲੋਸਫਰ ਦਾ ਮਤਲਬ ਹੁੰਦਾ ਦਾਰਸ਼ਨਿਕ। who conferred the degree of Doctor of Literature on Tagore? क्वेश्चन समझो, इंपॉर्टेंट है कि टैगोर ਨੂੰ ਡਾਕਟਰ ਆਫ ਲਿਟਰੇਚਰ ਦੀ ਡਿਗਰੀ ਕਿਸਨੇ ਪ੍ਰਦਾਨ ਕੀਤੀ? ਕਨਫਰ ਦੇ ਨਾਲ ਦੇਖੋ ਔਨ ਪ੍ਰੈਪੋਜੀਸ਼ਨ ਲੱਗਦੀ ਹੈ, ਹਮੇਸ਼ਾ ਇਹ ਧਿਆਨ ਰੱਖਿਓ, ਕਨਫਰ ਔਨ। ਪਰ ਤੁਸੀਂ ਇਹ ਦੇਖੋ ਕਿ ਕਨਫਰ ਤੋਂ ਬਾਅਦ ਪ੍ਰੈਪੋਜੀਸ਼ਨ ਔਨ ਆ ਕਿੱਥੇ ਰਹੀ ਹੈ? ਕਾਫੀ ਦੇਰ ਬਾਅਦ ਆ ਰਹੀ ਹੈ, ਕਿਉਂਕਿ ਕਨਫਰ ਸਮਥਿੰਗ ਔਨ ਹੁੰਦਾ ਹੈ। ਜੇਕਰ ਆਪਾਂ ਡਿਕਸ਼ਨਰੀ ਚ ਦੇਖੀਏ ਨਾ, ਤਾਂ ਕਨਫਰ ਸਮਥਿੰਗ ਔਨ। ਹੁਣ ਉਹ ਸਮਥਿੰਗ ਚ ਕੀ ਆ ਗਿਆ? ਦਾ ਡਿਗਰੀ ਆਫ ਡਾਕਟਰ ਆਫ ਲਿਟਰੇਚਰ। ਕਿ ਜਦੋਂ ਆਪਾਂ ਕੋਈ ਚੀਜ਼ ਕਿਸੇ ਨੂੰ ਪ੍ਰਦਾਨ ਕਰਦੇ ਹਾਂ, ਉਹਨੂੰ ਕਹਿੰਦੇ ਨੇ ਕਨਫਰ ਸਮਥਿੰਗ ਔਨ। ਤਾਂ ਇੱਥੇ ਸਮਥਿੰਗ ਦੀ ਥਾਂ ਤੇ ਆ ਗਿਆ ਦਾ ਡਿਗਰੀ ਆਫ ਡਾਕਟਰ ਆਫ ਲਿਟਰੇਚਰ। ਤਾਂ ਕਿਸ ਨੇ ਡਾਕਟਰ ਦੀ ਲਿਟਰੇਚਰ ਜਿਹੜੀ ਡਿਗਰੀ ਹੈ ਉਹ ਟੈਗੋਰ ਨੂੰ ਕਿਸਨੇ ਪ੍ਰਦਾਨ ਕੀਤੀ? ਤਾਂ ਹੂ ਹੈ ਪਹਿਲਾ ਹੀ ਕੁਐਸਚਨ ਦਾ ਮੈਂ ਦੱਸਦਾ ਹੁੰਦਾ ਕਿ ਜਿਹੜਾ ਪਹਿਲਾ ਵਰਡ ਹੈ ਉਹਨੂੰ ਧਿਆਨ ਨਾਲ ਦੇਖਿਆ ਕਰੋ। ਤਾਂ ਅਸੀਂ ਸਿਰਫ ਨਾਮ ਲਿਖਣੇ ਜੀ, ਨਾਮ ਯਾਦ ਕਰ ਲਿਓ, ਲੇਟ ਸਰ ਮੌਰਿਸ ਗਵੇਅਰ ਐਂਡ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ। ਸਰਵਪੱਲੀ ਰਾਧਾ ਕ੍ਰਿਸ਼ਨਨ ਆਲਰੇਡੀ ਤੁਸੀਂ ਜਾਣਦੇ ਹੋ, ਆਥਰ ਵੀ ਨੇ। ਅਤੇ ਨਾਲ ਤੁਸੀਂ ਆ ਲੇਟ ਸਰ ਮੌਰਿਸ ਗਵੇਅਰ, ਇਹਨਾਂ ਦਾ ਨਾਮ ਯਾਦ ਕਰ ਲੈਣਾ। ਇਹਨਾਂ ਨੇ ਟੈਗੋਰ ਨੂੰ ਡਾਕਟਰ ਆਫ ਲਿਟਰੇਚਰ ਦੀ ਡਿਗਰੀ ਦਿੱਤੀ ਸੀ। ਇੱਕ ਨਾਲ ਹੀ ਕੁਐਸਚਨ ਇਹ ਵੀ ਬਣਦਾ ਹੈ ਕਿ ਵੇਅਰ ਐਂਡ ਵੈਨ ਵਾਜ਼ ਟੈਗੋਰ ਕਨਫਰਡ ਡਿਗਰੀ ਬਾय ਦਾ ਯੂਨੀਵਰਸਿਟੀ ਆਫ ਆਕਸਫੋਰਡ? ਅੱਛਾ, ਡਿਗਰੀ ਕਿਹਨਾਂ ਨੇ ਦਿੱਤੀ ਸੀਗੀ ਜੀ? ਉਹ ਤਾਂ ਸਾਨੂੰ ਪਤਾ ਲੱਗ ਗਿਆ। ਡਿਗਰੀ ਕਿਹੜੀ ਯੂਨੀਵਰਸਿਟੀ ਨੇ ਦਿੱਤੀ ਸੀ? ਇਹ ਸਾਨੂੰ ਕੁਐਸਚਨ ਚੋਂ ਪਤਾ ਲੱਗ ਗਿਆ ਕਿ ਇਹ ਯੂਨੀਵਰਸਿਟੀ ਆਫ ਆਕਸਫੋਰਡ ਸੀਗੀ। ਯੂਨੀਵਰਸਿਟੀ ਆਫ ਆਕਸਫੋਰਡ ਯੂਨੀਵਰਸਿਟੀ ਨੇ ਇਹਨਾਂ ਦੋਨਾਂ ਪਰਸਨ ਦੇ ਜ਼ਰੀਏ ਟੈਗੋਰ ਜੀ ਨੂੰ ਡਿਗਰੀ ਦਿੱਤੀ ਸੀ। ਲੇਕਿਨ ਇਹ ਕਿੱਥੇ ਦਿੱਤੀ ਗਈ ਅਤੇ ਕਦੋਂ ਦਿੱਤੀ ਗਈ? ਇਹ ਦੋ ਕੁਐਸਚਨ, ਇਸ ਦਾ ਆਨਸਰ ਆਪਾਂ ਨੇ ਦੇਣਾ ਹੈ। ਤਾਂ ਟੈਗੋਰ ਵਾਜ਼ ਕਨਫਰਡ ਡਿਗਰੀ ਐਟ ਅ ਸਪੈਸ਼ਲ ਕਨਵੋਕੇਸ਼ਨ ਐਟ ਸ਼ਾਂਤੀ ਨਿਕੇਤਨ ਇਨ ਅਗਸਤ 1940। ਵੈਨ ਦਾ ਮਤਲਬ ਆ ਗਿਆ ਕਿ ਅਗਸਤ 1940 ਦੇ ਵਿੱਚ। ਇਹ ਤਾਂ ਸਮਾਂ ਆ ਗਿਆ ਕਿੱਥੇ? ਸ਼ਾਂਤੀ ਨਿਕੇਤਨ। ਸ਼ਾਂਤੀ ਨਿਕੇਤਨ ਇਹਨਾਂ ਦਾ ਆਸ਼ਰਮ ਹੈ ਜੀ, ਰਵਿੰਦਰਨਾਥ ਟੈਗੋਰ ਜੀ ਦਾ ਬਹੁਤ ਮਹੱਤਵਪੂਰਨ ਫੇਮਸ ਪਲੇਸ ਹੈ। ਤੇ ਉੱਥੇ ਇਹਨਾਂ ਨੂੰ ਪ੍ਰਦਾਨ ਕੀਤੀ ਗਈ ਸੀ ਅਤੇ ਉੱਥੇ ਸਪੈਸ਼ਲ ਕਨਵੋਕੇਸ਼ਨ ਹੋਈ ਸੀ। ਸਪੈਸ਼ਲ ਕਨਵੋਕੇਸ਼ਨ ਦਾ ਮਤਲਬ ਹੁੰਦਾ ਹੈ ਸਮਾਗਮ। ਜੇ ਤੁਸੀਂ ਨਹੀਂ ਵੀ ਲਿਖਣਾ, ਕਿਉਂਕਿ ਇੱਕ ਨੰਬਰ ਦਾ ਆਨਸਰ ਹੈ, ਤਾਂ ਤੁਸੀਂ ਸਿੰਪਲ ਇੰਨਾ ਹੀ ਆਨਸਰ ਲਿਖ ਸਕਦੇ ਹੋ ਕਿ ਐਟ ਸ਼ਾਂਤੀ ਨਿਕੇਤਨ ਇਨ ਅਗਸਤ 1940। ਜਸਟ ਇੰਨਾ ਆਨਸਰ ਲਿਖਿਓ ਤਾਂ ਵੀ ਤੁਹਾਡਾ ਆਨਸਰ ਸਹੀ ਹੈ। ਹੁਣ ਦੇਖੋ, ਇਹਨਾਂ ਦੋਨਾਂ ਕੁਐਸਚਨਸ ਦੇ ਵਿੱਚ ਚਾਰ ਚੀਜ਼ਾਂ ਕਵਰ ਹੋ ਗਈਆਂ ਕਿ ਕਿਹੜੀ, ਚਾਰ ਕੀ ਪੰਜ ਚੀਜ਼ਾਂ ਕਵਰ ਹੋ ਗਈਆਂ ਕਿ ਕਿਹੜੀ ਡਿਗਰੀ ਦਿੱਤੀ ਗਈ? ਡਾਕਟਰ ਆਫ ਲਿਟਰੇਚਰ ਦੀ।
ਕਿਹਨੂੰ ਦਿੱਤਾ ਗਿਆ ਇਹ ਡਿਗਰੀ, ਕਿਹਨੂੰ ਦਿੱਤੀ ਗਈ? ਰਵਿੰਦਰਨਾਥ ਟੈਗੋਰ ਜੀ ਨੂੰ। ਕਿਹਨੇ ਦਿੱਤੀ? ਲੇਟ ਸਰ ਮੌਰਿਸ ਕੁਵੇਰ ਅਤੇ ਸਰਵਪੱਲੀ ਰਾਧਾ ਕ੍ਰਿਸ਼ਨਨ ਨੇ। ਕਿਹੜੀ ਯੂਨੀਵਰਸਿਟੀ ਨੇ ਦਿੱਤੀ? ਯੂਨੀਵਰਸਿਟੀ ਆਫ ਆਕਸਫੋਰਡ। ਕਿੱਥੇ ਦਿੱਤੀ ਗਈ? ਸ਼ਾਂਤੀ ਨਿਕੇਤਨ। ਕਦੋਂ ਦਿੱਤੀ ਗਈ? ਅਗਸਤ 1940। ਤਾਂ ਦੇਖੋ 5-6 ਕੁਐਸਚਨ ਇਹਨਾਂ 2 ਕੁਐਸਚਨਾਂ ਦੇ ਵਿੱਚ ਹੀ ਕਵਰ ਹੋ ਗਏ। ਕੋਈ ਵੀ ਕੁਐਸਚਨ ਪੇਪਰ ਚ ਆ ਸਕਦਾ ਹੈ। ਫਿਫਥ ਹੈ ਜੀ, ਅਕੋਰਡਿੰਗ ਟੂ ਦਾ ਰਾਈਟਰ ਹੂ ਵਾਸ ਡੀਅਰ ਟੂ ਆਲ ਦਾ ਮਿਊਜ਼ਿਕ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਜੇ ਮੈਂ ਹੋਵਾਂ ਤਾਂ ਇਹੀ ਕੁਐਸਚਨ ਪਾਵਾਂ ਕਿ ਰਾਈਟਰ ਦੇ ਅਕੋਰਡਿੰਗ, ਰਾਈਟਰ ਕੌਣ ਸੀਗੇ? ਸਾਡੇ ਸਰਵਪੱਲੀ ਰਾਧਾ ਕ੍ਰਿਸ਼ਨਨ ਸੀ। ਕਿ ਰਾਈਟਰ ਦੇ ਅਕੋਰਡਿੰਗ ਡੀਅਰ ਟੂ ਆਲ ਦਾ ਮਿਊਜ਼ਿਕ ਕੌਣ ਸੀ? ਮੈਂ ਤੁਹਾਨੂੰ ਆਲ ਦਾ ਮਿਊਜ਼ਿਕ ਦਾ ਮਤਲਬ ਮੈਂ ਤੁਹਾਨੂੰ ਚੈਪਟਰ ਦੇ ਵਿੱਚ ਸਮਝਾਇਆ ਸੀ, ਕਲਾਸ ਦੇ ਵਿੱਚ ਸਮਝਾਇਆ ਸੀ ਕਿ ਕੌਣ ਸੀਗੇ ਜੀ। ਤਾਂ ਇਹ ਕੌਣ ਸੀਗੇ ਜੀ? ਰਵਿੰਦਰਨਾਥ ਟੈਗੋਰ। ਰਵਿੰਦਰਨਾਥ ਟੈਗੋਰ ਜੀ ਨੂੰ ਸਾਰੀਆਂ ਮਿਊਜ਼ਿਕ ਦਾ ਡੀਅਰ ਕਿਹਾ ਗਿਆ ਹੈ। ਅੱਗੇ ਹੈ ਜੀ, ਡਿਸਕ੍ਰਾਈਬ ਟੈਗੋਰਸ ਪਰਸਨੈਲਿਟੀ ਇਨ ਅ ਸਿੰਗਲ ਸੈਂਟੈਂਸ। ਕਿ ਟੈਗੋਰ ਦੀ ਪਰਸਨੈਲਿਟੀ ਨੂੰ ਇੱਕ ਲਾਈਨ ਦੇ ਵਿੱਚ ਜੇ ਅਸੀਂ ਡਿਸਕ੍ਰਾਈਬ ਕਰਨਾ ਹੋਵੇ ਤਾਂ ਕੀ ਕਰ ਸਕਦੇ ਹਾਂ? ਚੈਪਟਰ ਦੇ ਵਿੱਚ ਆਈ ਹੈ ਲਾਈਨ ਕਿ ਹੀ ਵਾਸ ਟਾਲ, ਉਹ ਲੰਬੇ ਕੱਦ ਸੀ, ਐਂਡ ਸਰੀਨ, ਅਤੇ ਸ਼ਾਂਤ ਸੀਗੇ, ਸ਼ਾਂਤ ਰਹਿੰਦੇ ਸੀਗੇ, ਬਹੁਤ ਘੱਟ ਬੋਲਦੇ ਸੀ। ਵਿਦ ਫਲੋਇੰਗ ਬੀਅਰਡ ਐਂਡ ਕਰਲੀ ਹੈਅਰ, ਉਹਨਾਂ ਦੀ ਲੰਬੀ ਸਾਰੀ ਦਾੜੀ ਸੀ। ਫਲੋਇੰਗ ਬੀਅਰਡ ਦਾ ਮਤਲਬ ਹੁੰਦਾ ਹੈ ਲੰਬੀ, ਬੀਅਰਡ ਦਾ ਮਤਲਬ ਤੁਹਾਨੂੰ ਪਤਾ ਹੁੰਦਾ ਬੱਚੇ, ਉਹ ਦਾੜੀ ਨੂੰ ਕਿਹਾ ਜਾਂਦਾ। ਫਲੋਇੰਗ ਬੀਅਰਡ ਦਾ ਮਤਲਬ ਲੰਬੀ ਦਾੜੀ ਸੀ ਅਤੇ ਉਹਨਾਂ ਦੇ ਕਰਲੀ ਹੇਅਰ ਸੀ। ਜੇ ਤੁਸੀਂ ਇਹਨਾਂ ਦੀ ਪਿਕਚਰ ਵੀ ਦਿੱਤੀ ਹੋਈ ਆ ਉੱਪਰ, ਤੁਸੀਂ ਦੇਖੋ ਤਾਂ ਤੁਹਾਨੂੰ ਪਤਾ ਲੱਗ ਜਾਂਦਾ। ਤਾਂ 4 ਚੀਜ਼ਾਂ ਬੱਚਿਓ ਇਸ ਲਾਈਨ ਦੇ ਵਿੱਚ ਦੱਸੀਆਂ ਗਈਆਂ ਕਿ ਟਾਲ ਸੀ, ਸਰੀਨ ਸੀ, ਕਰਲੀ ਹੇਅਰ ਸੀ ਤੇ ਫਲੋਇੰਗ ਬੀਅਰਡ ਸੀ। ਤਾਂ ਇਸ ਤਰ੍ਹਾਂ ਤੁਸੀਂ 4 ਵਰਡ ਯਾਦ ਰੱਖਣੇ ਆ ਤਾਂ ਤੁਹਾਨੂੰ ਆਨਸਰ ਯਾਦ ਹੋ ਜਾਏਗਾ। ਅੱਛਾ, ਇਹ ਲਾਈਨ ਤੁਹਾਡੇ ਸ਼ਾਰਟ ਆਨਸਰ ਟਾਈਪ ਕੁਐਸਚਨ ਦੇ ਵਿੱਚ ਵੀ ਕੰਮ ਆਏਗੀ। ਹਾਊ ਡਿਡ ਟੈਗੋਰ ਯੂਜ਼ ਹਿਸ ਗਿਫਟਸ ਆਫ ਇਮੇਜਿਨੇਸ਼ਨ ਐਂਡ ਆਰਟ? ਹਾਊ ਦਾ ਮਤਲਬ ਕਿਵੇਂ, ਕਿਵੇਂ ਟੈਗੋਰ ਜੀ ਨੇ ਆਪਣੀ ਇਮੇਜਿਨੇਸ਼ਨ ਅਤੇ ਆਰਟ ਦਾ ਜਿਹੜਾ ਗਿਫਟ ਸੀਗਾ ਉਹ ਯੂਜ਼ ਕੀਤਾ। ਇਮੇਜਿਨੇਸ਼ਨ ਮਤਲਬ ਕਲਪਨਾ, ਆਰਟ ਤੁਹਾਨੂੰ ਪਤਾ ਹੈ ਕਿ ਆਰਟ ਨਾਲ ਤਾਂ ਭਰੇ ਹੋਏ ਸੀ, ਕਿੰਨੀਆਂ ਸਾਰੀਆਂ ਆਰਟਸ ਆਉਂਦੀਆਂ ਸੀ ਇਹਨਾਂ ਨੂੰ, ਪੇਂਟਿੰਗ, ਸਿੰਗਿੰਗ, ਡਾਂਸਿੰਗ ਆਪਾਂ ਪੜ੍ਹਿਆ। ਤਾਂ ਹੀ ਯੂਜ਼ਡ ਹਿਸ ਗਿਫਟਸ ਆਫ ਇਮੇਜਿਨੇਸ਼ਨ ਐਂਡ ਆਰਟ ਫॉर ਫੋਸਟਰਿੰਗ ਫੇਥ ਇਨ ਦਾ ਯੂਨਿਟੀ ਆਫ ਮੈਨ। ਐਕਚੁਅਲੀ ਆਂਸਰ ਇੱਥੋਂ ਹੈ, ਫॉर ਫੋਸਟਰਿੰਗ ਫੇਥ ਇਨ ਦਾ ਯੂਨਿਟੀ ਆਫ ਮੈਨ। ਫੋਸਟਰਿੰਗ ਦਾ ਮਤਲਬ ਹੁੰਦਾ ਬੱਚਿਓ ਜਦ ਆਪਾਂ ਕਿਸੇ ਚੀਜ਼ ਤੇ ਜ਼ੋਰ ਦਿੰਨੇ ਆ, ਕਿਸੇ ਚੀਜ਼ ਦੇ ਉੱਪਰ ਆਪਾਂ ਜ਼ਿਆਦਾ ਧਿਆਨ ਦਿੰਨੇ ਆ, ਕੋਸ਼ਿਸ਼ ਕਰਦੇ ਆ ਕਿ ਇਹ ਚੀਜ਼ ਹੋ ਜੇ, ਤਾਂ ਉਸ ਨੂੰ ਕਹਿੰਦੇ ਨੇ। ਤਾਂ ਉਹਨਾਂ ਨੇ ਕਿਸ ਚੀਜ਼ ਤੇ ਜ਼ੋਰ ਦਿੱਤਾ ਜੀ? ਕਿ ਇਨਸਾਨਾਂ ਦੀ ਏਕਤਾ ਦੇ ਵਿੱਚ ਵਿਸ਼ਵਾਸ ਬਣਿਆ ਰਹੇ। ਫੇਥ ਇਨ ਦਾ ਯੂਨਿਟੀ ਆਫ ਮੈਨ, ਮੈਨ ਦਾ ਮਤਲਬ ਇੱਥੇ ਆਦਮੀ ਨਹੀਂ ਹੈ ਤੇ ਪਰਸਨਸ ਤੋਂ ਹੈ, ਕਿ ਇਨਸਾਨਾਂ ਦੀ ਜਿਹੜੀ ਯੂਨਿਟੀ ਹੈ ਉਹ ਬਣੀ ਰਹੇ, ਇਸ ਚੀਜ਼ ਤੇ ਉਹਨਾਂ ਨੇ ਜ਼ੋਰ ਦਿੱਤਾ। ਫਿਰ ਹੈ ਜੀ ਕਿ ਹਾਊ ਡਿਡ ਅਰਨੈਸਟ ਰਾਇਜ਼ ਡਿਸਕ੍ਰਾਈਬ ਟੈਗੋਰ? ਅਰਨੈਸਟ ਰਾਇਜ਼ ਵੀ ਇੱਕ ਬੱਚਿਓ ਸਕਾਲਰ ਹੋਏ ਨੇ, ਉਹਨਾਂ ਨੇ ਟੈਗੋਰ ਨੂੰ ਕਿਸ ਤਰ੍ਹਾਂ ਡਿਸਕ੍ਰਾਈਬ ਕੀਤਾ, ਕੀ ਕਿਹਾ ਸੀ ਟੈਗੋਰ ਦੇ ਬਾਰੇ? ਚੈਪਟਰ ਦੇ ਵੀ ਦਿੱਤਾ ਹੋਇਆ ਹੈ। ਤਾਂ ਅਰਨੈਸਟ ਰਾਇਜ਼ ਨੇ ਉਹਨਾਂ ਨੂੰ ਕਿਹਾ ਸੀ ਪ੍ਰੋਫਿਟ ਇਸਾਇਆ। ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਪ੍ਰੋਫਿਟ ਦਾ ਮਤਲਬ ਹੁੰਦਾ ਬੱਚਿਓ ਸੰਤ ਕਹਿ ਲਓ, ਇਸਾਇਆ ਵੀ ਇੱਕ ਆਦਰ ਵਜੋਂ ਜਿਹੜੇ ਇਹ ਸ਼ਬਦ ਵਰਤੇ ਜਾਂਦੇ ਨੇ। ਤਾਂ ਉਹਨਾਂ ਨੇ ਪ੍ਰੋਫਿਟ ਇਸਾਇਆ ਕਿਹਾ ਸੀ। ਕਿਨੇ? ਅਰਨੈਸਟ ਰਾਇਜ਼ ਨੇ। ਕਿਹਨੂੰ? ਟੈਗੋਰ ਨੂੰ। ਤਾਂ ਇਹ ਤੁਸੀਂ ਕਰ ਲੈਣਾ। ਫਿਰ ਹੈ ਜੀ ਕਿ ਵੇਅਰ ਡੂ ਦਾ ਡੀਪੈਸਟ ਟਰੂਥ ਆਫ ਟੈਗੋਰਸ ਲਾਈਫ ਇਮਰਜ? ਯਾਦ ਕਰੋ, ਇਹ ਜਿਹੜੀਆਂ ਲਾਈਨ ਸੀਗੀਆਂ ਆਪਣੇ ਕੰਪਰੀਹੈਂਸ਼ਨ ਵਾਲੇ ਪਹਿਰੇ ਚਾਹੀਏ ਸੀ, ਮੈਨੂੰ ਯਾਦ ਹੈ ਜਦ ਮੈਂ ਤੁਹਾਨੂੰ ਕੰਪਰੀਹੈਂਸ਼ਨ ਸਮਝਾਇਆ ਸੀ 2, ਉਹਨਾਂ 'ਚ ਇਹ ਲਾਈਨਸ ਆਈਆਂ ਸੀ ਕਿ ਟੈਗੋਰ ਦੀ ਜਿਹੜੀ ਲਾਈਫ ਸੀਗੀ ਉਹਨਾਂ ਦੀਆਂ ਡੀਪੈਸਟ ਟਰੂਥ ਕਿੱਥੇ ਸੀਗੀਆਂ, ਮਤਲਬ ਕਿੱਥੇ ਨਜ਼ਰ ਆਉਂਦੀਆਂ ਉਹਨਾਂ ਦੀਆਂ, ਮਤਲਬ ਬਹੁਤ ਹੀ ਡੀਪ ਟਰੂਥ, ਜਿਹੜੀ ਡੂੰਘੀ ਸੱਚਾਈਆਂ ਟੈਗੋਰ ਦੀਆਂ ਜ਼ਿੰਦਗੀ ਦੀਆਂ ਸਾਨੂੰ ਕਿੱਥੇ ਨਜ਼ਰ ਆਉਂਦੀਆਂ? ਪੋਇਟਰੀ 'ਚ। ਯਾਦ ਕਰੋ, ਤਾਂ ਸਿੰਪਲ ਤੁਸੀਂ ਆਨਸਰ ਹਿਸ ਪੋਇਟਰੀ ਲਿਖ ਸਕਦੇ ਕਿ ਉਹਨਾਂ ਦੀ ਪੋਇਟਰੀ ਦੇ ਵਿੱਚ ਸਾਨੂੰ ਡੂੰਘੀਆਂ ਸੱਚਾਈਆਂ ਨਜ਼ਰ ਆਉਂਦੀਆਂ ਨੇ। ਉਸ ਤੋਂ ਬਾਅਦ ਹੈ ਜੀ ਕਿ ਵਿਚ ਸਕੂਲ ਵਾਜ਼ ਫਾਊਂਡਡ ਬਾय ਟੈਗੋਰ? ਤਾਂ ਇਹ ਸੀ ਸ਼ਾਂਤੀ ਨਿਕੇਤਨ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਟੈਗੋਰ ਜੀ ਦੁਆਰਾ ਬਣਾਇਆ ਹੋਇਆ ਆਸ਼ਰਮ ਹੈ, ਸਕੂਲ ਹੈ, ਤੇ ਇਹ ਕਿਸ ਨੇ ਬਣਾਇਆ ਸੀਗਾ? ਟੈਗੋਰ ਨੇ। ਅਤੇ ਕਿਹੜਾ ਨਾਮ ਸੀਗਾ ਜੀ ਇਹ? ਸ਼ਾਂਤੀ ਨਿਕੇਤਨ। ਇਹ ਵੀ ਇੰਪੋਰਟੈਂਟ ਕੁਐਸਚਨ ਹੈ, ਸ਼ਾਂਤੀ ਨਿਕੇਤਨ। ਅੱਛਾ, ਫਿਰ ਵਿਚ ਰਿਲੀਜਨ ਇਜ਼ ਦਾ ਬੈਕਗਰਾਉਂਡ ਆਫ ਦ ਐਕਟੀਵਿਟੀਜ਼ ਇਨ ਸ਼ਾਂਤੀ ਨਿਕੇਤਨ? ਕਿ ਸ਼ਾਂਤੀ ਨਿਕੇਤਨ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਸੀ, ਜੋ ਪੜ੍ਹਾਈ ਦੀਆਂ ਕਿਰਿਆਵਾਂ ਹੁੰਦੀਆਂ ਸੀਗੀਆਂ, ਉਹਨਾਂ ਦੇ ਬੈਕਗਰਾਉਂਡ ਦੇ ਵਿੱਚ ਕਿਹੜਾ ਰਿਲੀਜਨ ਸੀ, ਮਤਲਬ ਉਹ ਕਿਸ ਰਿਲੀਜਨ ਦੇ ਬੇਸ ਤੇ ਹੁੰਦੀਆਂ ਸੀ? ਤਾਂ ਇਹ ਹੈ ਜੀ ਹਿੰਦੂਇਜ਼ਮ। ਤਾਂ ਹਿੰਦੂ ਧਰਮ ਦੇ ਨਾਲ ਰਿਲੇਟਡ ਉੱਥੇ ਗੱਲਾਂ ਹੁੰਦੀਆਂ ਸੀ, ਜਿਹੜੀ ਪੜ੍ਹਾਈ ਵਗੈਰਾ ਕਰਵਾਈ ਜਾਂਦੀ ਸੀ। ਵਾਈ ਡਿਡ ਟੈਗੋਰ ਲਵ ਇੰਡੀਆ? ਕਿ ਟੈਗੋਰ ਇੰਡੀਆ ਨੂੰ ਕਿਉਂ ਪਿਆਰ ਕਰਦੇ ਸੀ? ਇੰਪੋਰਟੈਂਟ ਕੁਐਸਚਨ ਹੈ ਜੀ। ਇਹਦਾ ਵੀ ਆਨਸਰ ਯਾਦ ਕਰੋ, ਤੁਹਾਡੇ ਕੰਪਰੀਹੈਂਸ਼ਨ ਆਈ ਥਿੰਕ ਸੈਕੰਡ ਕੰਪਰੀਹੈਂਸ਼ਨ ਜਾਇਆ ਸੀ ਜਿਹੜਾ ਆਪਾਂ ਨੇ ਪੜ੍ਹਿਆ ਸੀਗਾ। ਤਾਂ ਟੈਗੋਰ ਲਵਡ ਇੰਡੀਆ ਬਿਕੋਜ਼ ਆਫ ਹਰ ਆਈਡੀਅਲਸ। ਆਈਡੀਅਲ ਦਾ ਮਤਲਬ ਹੁੰਦਾ ਬੱਚਿਓ ਆਦਰਸ਼।
ਕਿ ਆਪਣੇ ਆਦਰਸ਼ਾਂ ਦੇ ਕਰਕੇ ਇਹ ਭਾਰਤ ਨੂੰ ਪਿਆਰ ਕਰਦੇ ਸੀਗੇ, ਕਿ ਭਾਰਤ ਇੱਕ ਆਦਰਸ਼ਵਾਦੀ ਦੇਸ਼ ਹੈ। 13th ਹੈ ਜੀ ਕਿ ਹਾਊ ਇਨ ਐਵਰੀ ਸੈਂਚੁਰੀ ਇੰਡੀਆ ਰਿਕਵਰ ਇਟਸ ਸੋਲ, ਕਿ ਹਰ ਸਦੀ ਦੇ ਵਿੱਚ ਭਾਰਤ ਨੇ ਆਪਣੀ ਸੋਲ ਨੂੰ, ਆਤਮਾ ਨੂੰ ਕਿਸ ਤਰ੍ਹਾਂ ਰਿਕਵਰ ਕੀਤਾ। ਤਾਂ ਇਹਦਾ ਵੀ ਬੇਟਾ ਯਾਦ ਕਰੋ, ਇਹਦਾ ਵੀ ਆਨਸਰ ਆਪਾਂ ਨੇ ਕੰਪਰੀਹੈਂਸ਼ਨ ਚ ਕਰਿਆ ਸੀ ਕਿ ਸਦੀਆਂ ਬੀਤ ਗਈਆਂ ਲੇਕਿਨ ਭਾਰਤ ਦੇ ਵਿੱਚ ਦੇਖੋ ਉਹ ਇਸ ਦੀ ਜਿਹੜੀ ਜੋ ਭਾਰਤ ਦੀਆਂ ਜੋ ਅਸਲੀ ਵਿਸ਼ੇਸ਼ਤਾਵਾਂ ਨੇ ਉਹ ਬਣੀਆਂ ਰਹੀਆਂ ਨੇ। ਤਾਂ ਕਿਹਨਾਂ ਨੇ ਬਣਾ ਕੇ ਰੱਖਿਆ ਸੀ? ਇੱਥੇ ਜਿਹੜੇ ਮਹਾਨ ਪੁਰਖ ਜਨਮੇ ਨੇ, ਜਿਹੜੇ ਮਹਾਪੁਰਖ ਜਨਮੇ ਨੇ ਸਮੇਂ-ਸਮੇਂ ਤੇ, ਜਿਨ੍ਹਾਂ ਨੇ ਸਾਨੂੰ ਗਾਈਡੈਂਸ ਦਿੱਤੀ ਹੈ, ਗਾਈਡਲਾਈਨਸ ਦੇ ਚੱਲਦੇ ਹੋਏ ਭਾਰਤੀ ਲੋਕਾਂ ਨੇ ਭਾਰਤ ਦੇ ਆਦਰਸ਼ਾਂ ਨੂੰ ਬਣਾ ਕੇ ਰੱਖਿਆ। ਤਾਂ ਆਨਸਰ ਅਸੀਂ ਲਿਖਾਂਗੇ ਕਿ ਇੰਡੀਆ ਰਿਕਵਰਸ ਇਟਸ ਸੋਲ ਬਾਈ ਗਿਵਿੰਗ ਬਰਥ ਟੂ ਗ੍ਰੇਟ ਮੈਨ, ਕਿ ਭਾਰਤ ਨੇ ਮਹਾਨ ਆਤਮਾਵਾਂ ਨੂੰ ਜਨਮ ਦਿੱਤਾ ਹੈ ਸਮੇਂ-ਸਮੇਂ ਤੇ। ਕਦੇ ਗੁਰੂ ਨਾਨਕ ਦੇਵ ਜੀ ਹੋ ਗਏ, ਕਦੇ ਮਹਾਤਮਾ ਗਾਂਧੀ ਕਿਸੇ ਯੁੱਗ ਚ ਆ ਗਏ, ਕਦੇ ਕਿਸ ਤਰ੍ਹਾਂ ਦੇ ਦਾਰਸ਼ਨਿਕ ਆ ਗਏ, ਕਦੇ ਕਿਸ ਤਰ੍ਹਾਂ ਦੇ ਦਾਰਸ਼ਨਿਕ, ਉਹਨਾਂ ਨੇ ਸਾਨੂੰ ਗਾਈਡਲਾਈਨਸ ਦਿੱਤੀਆਂ ਹਰ ਯੁੱਗ ਦੇ ਵਿੱਚ। ਤਾਂ ਇਸ ਤਰੀਕੇ ਦੇ ਨਾਲ ਸਾਡਾ ਭਾਰਤ ਦਾ ਜਿਹੜਾ ਫੇਥ ਹੈ ਉਹ ਬਣਿਆ ਰਿਹਾ ਹੈ। ਤਾਂ ਇਹ ਆਨਸਰ ਹੈ ਜੀ, ਗਿਵਿੰਗ ਬਰਥ ਟੂ ਗ੍ਰੇਟ ਮੈਨ। 14th ਹੈ ਜੀ ਕਿ what has India been known for centuries, ਕਿ ਕਿਹਦੇ ਕਰਕੇ ਭਾਰਤ ਨੂੰ ਸੈਂਚੁਰੀਜ਼ ਤੋਂ ਜਾਣਿਆ ਜਾਂਦਾ ਰਿਹਾ, ਸਦੀਆਂ ਤੋਂ ਭਾਰਤ ਨੂੰ ਕਿਸ ਚੀਜ਼ ਕਰਕੇ ਜਾਣਿਆ ਜਾਂਦਾ ਰਿਹਾ। ਤਾਂ ਇੰਡੀਆ ਹੈਜ਼ ਬੀਨ ਨੋਨ ਫॉर ਹਰ ਡਿਗਨਿਟੀ ਆਫ ਸੋਲ, ਵੇਲਰ, ਪਾਇਟੀ, ਟੋਲਰੈਂਸ ਐਂਡ ਹੌਸਪਿਟੈਲਿਟੀ। 5-6 ਅੱਖਰ ਨੇ, ਤੁਸੀਂ 2-3 ਵੀ ਪਾਏ ਹੋਗੇ ਤਾਂ ਵੀ ਆਨਸਰ ਆ ਜਾਣਗੇ। ਮੈਂ ਸਾਰਿਆਂ ਦਾ ਮਤਲਬ ਦੱਸ ਦਿੰਦਾ। ਡਿਗਨਿਟੀ ਆਫ ਸੋਲ ਦਾ ਮਤਲਬ ਅਸੀਂ ਪਹਿਲਾਂ ਹੀ ਬੇਟਾ ਦੇਖ ਚੁੱਕੇ। ਸੋਲ ਦਾ ਮਤਲਬ ਆਤਮਾ ਹੁੰਦੀ ਹੈ, ਕਿ ਆਤਮਾ ਦਾ ਜਦੋਂ ਅਸੀਂ ਸਨਮਾਨ ਕਰਦੇ ਹਾਂ, ਆਤਮਾ ਕਹਿੰਦੇ ਨਾ ਬੰਦੇ ਦੀ ਆਤਮਾ ਹੀ ਮਰ ਜਾਂਦੀ ਹੈ, ਤਾਂ ਉਹ ਚੀਜ਼ ਨਹੀਂ, ਉਹਦਾ ਉਲਟ, ਕਿ ਆਤਮਾ ਜਦੋਂ ਜੀਵਿਤ ਰਹਿੰਦੀ ਹੈ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਡਿਗਨਿਟੀ ਆਫ ਸੋਲ, ਕਿ ਭਾਰਤ ਨੇ ਆਪਣੀ ਆਤਮਾ ਨੂੰ ਸਜੋ ਕੇ ਰੱਖਿਆ, ਜੋ ਇਹਦੇ ਆਦਰਸ਼ ਨੇ ਉਹਨਾਂ ਨੂੰ ਸਜੋ ਕੇ ਰੱਖਿਆ, ਉਹਨੂੰ ਆਪਾਂ ਡਿਗਨਿਟੀ ਆਫ ਸੋਲ ਕਹਿੰਦੇ ਹਾਂ। ਵੇਲਰ ਦਾ ਮਤਲਬ ਹੁੰਦਾ ਬੇਟਾ ਬਹਾਦਰੀ, ਇਹਨੂੰ ਬਹਾਦਰੀ ਕਹਿੰਦੇ ਕਿ ਭਾਰਤ ਸੂਰਬੀਰਾਂ ਦੀ ਧਰਤੀ ਹੈ, ਤਾਂ ਵੇਲਰ ਦਾ ਮਤਲਬ ਬਹਾਦਰੀ ਹੋਗੀ। ਪਾਇਟੀ ਦਾ ਮਤਲਬ ਹੁੰਦਾ ਹੈ ਧਾਰਮਿਕ, ਹੋਲੀ, HOLY ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਭਾਰਤ ਦੇ ਵਿੱਚ ਮਤਲਬ ਧਰਮ ਦੇ ਨਾਲ ਬਹੁਤ ਜ਼ਿਆਦਾ ਰਿਲੇਸ਼ਨ ਹੈ ਲੋਕਾਂ ਦਾ, ਧਾਰਮਿਕ ਨੇ। ਫਿਰ ਟੋਲਰੈਂਸ, ਕੇ ਭਾਰਤੀ ਲੋਕ ਬੜੇ ਟੋਲਰੈਂਟ ਨੇ, ਟੋਲਰੈਂਸ ਦਾ ਮਤਲਬ ਹੁੰਦਾ ਹੈ ਤਾਂ ਬਰਦਾਸ਼ਤ ਕਰਨਾ ਕਹਿੰਦੇ ਨੇ। ਤਾਂ ਸਾਡੇ ਭਾਰਤੀ ਲੋਕਾਂ 'ਚ ਨਾ ਬਰਦਾਸ਼ਤ ਕਰਨ ਦੀ ਬੜੀ ਸ਼ਕਤੀ ਹੈ, ਟੋਲਰੈਂਟ ਨੇ ਉਹ, ਟੋਲਰੈਂਸ ਪਾਵਰ ਸਾਡੀ ਬਹੁਤ ਜ਼ਿਆਦਾ ਹੈ, ਅਸੀਂ ਵੱਡੀਆਂ ਵੱਡੀਆਂ ਗੱਲਾਂ ਸਹਾਰ ਜਾਂਦੇ ਹਾਂ। ਤੇ ਹੌਸਪਿਟੈਲਿਟੀ ਦਾ ਮਤਲਬ ਹੁੰਦਾ ਬੇਟਾ ਮਹਿਮਾਨ ਨਵਾਜ਼ੀ, ਕਿ ਭਾਰਤ ਦੇ ਵਿੱਚ ਕੋਈ ਵੀ ਕਿਤੋਂ ਵੀ ਫਿਰਕੇ ਤੋਂ ਲੋਕ ਆਉਂਦੇ ਆ, ਦੇਖੋ ਆਉਂਦੇ ਰਹੇ ਨੇ, ਤਾਂ ਅਸੀਂ ਉਹਨਾਂ ਨੂੰ ਬਹੁਤ ਹੀ ਵਧੀਆ ਮਤਲਬ ਮਹਿਮਾਨ ਨਵਾਜ਼ੀ ਉਹਨਾਂ ਨੂੰ ਦਿੰਦੇ ਹਾਂ, ਜੀ ਆਇਆਂ ਕਹਿੰਦੇ ਆ। ਤਾਂ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ 4-5 ਸ਼ਬਦ ਹੈ, ਇਹਨਾਂ ਚੋਂ 2-3 ਸ਼ਬਦ ਵੀ ਪੇਪਰ 'ਚ ਲਿਖਿਆ ਹੋ ਕਿ ਭਾਰਤ ਕਿਹੜੀਆਂ ਚੀਜ਼ਾਂ ਕਰਕੇ ਜਾਣਿਆ ਜਾਂਦਾ, ਤਾਂ ਤੁਸੀਂ ਜਿਹੜੇ ਯਾਦ ਰਹੇ, ਜਿਵੇਂ ਪਾਇਟੀ ਸ਼ਬਦ ਹੈ, ਵੇਲਰ ਹੈ, ਟੋਲਰੈਂਸ ਹੈ, ਹੌਸਪਿਟੈਲਿਟੀ ਹੈ, ਡਿਗਨਿਟੀ ਆਫ ਸੋਲ ਹੈ, ਤਾਂ ਇਹਨਾਂ 'ਚੋਂ ਯਾਦ ਕਰਕੇ ਲਿਖਿਆ ਹੈ। 15th ਹੈ ਕਿ what did Tagore condemn in his writings, ਇੰਪੋਰਟੈਂਟ ਕੁਐਸਚਨ ਹੈ ਜੀ, ਕਿ ਟੈਗੋਰ ਨੇ ਆਪਣੀਆਂ ਰਾਈਟਿੰਗਸ ਦੇ ਵਿੱਚ ਕਿਸ ਨੂੰ ਕੰਡੈਮ ਕੀਤਾ ਹੈ। ਕੰਡੈਮ ਦਾ ਮਤਲਬ ਹੁੰਦਾ ਹੈ ਤਾੜਨਾ ਕੀਤੀ ਹੈ, ਜਿਹੜੀਆਂ ਚੀਜ਼ਾਂ ਦੇ ਵਿਰੁੱਧ ਉਹ ਬੋਲੇ ਨੇ। ਤਾਂ ਇਹਦਾ ਮਤਲਬ ਹੈ ਜੀ ਕਿ ਹੀ condemned limitation of the west in his writings, ਕਿ ਜਿਹੜੀ ਪੱਛਮੀ ਸਭਿਅਤਾ ਦੀਆਂ ਇਮੀਟੇਸ਼ਨ, ਦੁਬਾਰਾ ਬੋਲਦਾ ਮੈਂ, ਲਿਮਿਟੇਸ਼ਨ ਪੜ ਗਿਆ। he condemned imitation of the west in his writing, ਤਾਂ ਉਹਨਾਂ ਨੇ ਆਪਣੀਆਂ ਰਾਈਟਿੰਗ ਦੇ ਵਿੱਚ, ਪੋਇਟਰੀ ਦੇ ਵਿੱਚ, ਜਿਹੜੀ ਭਾਰਤੀ ਲੋਕ ਪੱਛਮੀ ਲੋਕਾਂ ਦੀ ਇਮੀਟੇਸ਼ਨ ਕਰਦੇ ਨੇ, ਨਕਲ ਕਰਦੇ ਨੇ। ਅੱਜ ਕੱਲ ਤਾਂ ਬਹੁਤ ਜ਼ਿਆਦਾ ਨਕਲ ਵੱਧ ਗਈ ਆ, ਜਿਹੜਾ ਹੁਣ ਆਪਾਂ ਯੂਜ਼ ਕਰਦੇ ਆ ਇੰਸਟਾ, ਟਵਿੱਟਰ, ਫੇਸਬੁੱਕ, ਇਹ ਕੀ ਹੈ? ਇਹ ਵੈਸਟ ਦੀ ਹੀ ਉਪਜ ਹੈ। ਇਹ ਸਾਡੇ ਇੰਡੀਆ 'ਚ ਤਾਂ, ਈਸਟ 'ਚ ਤਾਂ ਪੈਦਾ ਨਹੀਂ ਹੋਈਆਂ ਚੀਜ਼ਾਂ ਇਹ, ਜਾਂ ਟਿਕਟੌਕ ਹੈ, ਕੀ ਨੇ ਇਹ ਸਾਰੀਆਂ ਇੱਧਰ ਉੱਧਰ ਦੀਆਂ ਨੇ। ਤਾਂ ਇਹਦੀ ਜਿਹੜੀ ਨਕਲ ਕਰਦੇ ਸੀ, ਇਹਨਾਂ ਦੀ ਤਾੜਨਾ ਕਿਹਨੇ ਕੀਤੀ ਸੀ ਉਸ ਸਮੇਂ? ਰਵਿੰਦਰਨਾਥ ਟੈਗੋਰ ਜੀ ਨੇ ਆਪਣੀਆਂ ਪੋਇਟਰੀ ਦੇ ਵਿੱਚ, ਕਿ ਇਮੀਟੇਸ਼ਨ ਆਫ ਦਾ ਵੈਸਟ, ਇਹ ਯਾਦ ਰੱਖਣਾ। ਅਕੋਰਡਿੰਗ ਟੂ ਟੈਗੋਰ ਵਟ ਵਾਜ਼ ਇੰਡੀਆ ਟ੍ਰਾਈਂਗ ਟੂ ਬਿਲਡ ਅਪ, ਟੈਗੋਰ ਦੇ ਮੁਤਾਬਕ ਭਾਰਤ ਕੀ ਚੀਜ਼ ਬਿਲਡ ਅਪ ਕਰਨਾ ਚਾਹੁੰਦਾ ਸੀ? ਤਾਂ ਇੰਡੀਆ ਵਾਜ਼ ਟ੍ਰਾਈਂਗ ਟੂ ਬਿਲਡ ਅਪ ਅ ਰੀਕਨਸੀਲੀਏਸ਼ਨ ਬਿਟਵੀਨ ਦਾ 올ਡ ਆਰਡਰ ਐਂਡ ਦਾ ਨਿਊ ਵਨ। ਇਹ ਗੱਲ ਯਾਦ ਕਰੋ, ਇਹ ਹੈਰੀਟੇਜ ਆਫ ਇੰਡੀਆ 'ਚ ਵੀ ਆਈ ਸੀ। ਗੁਰੂ ਆਪਣੇ ਮਹਾਤਮਾ ਗਾਂਧੀ ਜੀ ਨੇ ਵੀ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਆਪਾਂ ਪੜ੍ਹੀ ਸੀ, ਉਹ ਜਿਹੀ ਲਾਈਨ ਹੈ ਇਹ, ਕਿ ਜਿਹੜੇ 올ਡ ਆਰਡਰ ਹੈ, ਜੋ ਸਾਡੇ ਪੁਰਾਤਨ ਰਿਵਾਜ ਨੇ, ਤੇ ਜਿਹੜੇ ਨਵੇਂ ਰਿਵਾਜ ਨੇ, ਜੋ ਅਸੀਂ ਨਵੀਆਂ ਚੀਜ਼ਾਂ, ਤਬਦੀਲੀਆਂ ਆ ਰਹੀਆਂ ਨੇ, ਉਹਦੇ ਵਿੱਚ ਇੰਡੀਆ ਰੀਕਨਸੀਲੀਏਸ਼ਨ ਦਾ ਮਤਲਬ ਹੁੰਦਾ ਬੇਟਾ ਸਮਝੌਤਾ, ਕਿ ਉਹਨਾਂ ਦੋਨਾਂ ਦੇ ਵਿੱਚ ਸਮਝੌਤਾ ਕਰਨ ਦੀ ਇੰਡੀਆ ਕੋਸ਼ਿਸ਼ ਕਰ ਰਹੀ ਹੈ। 올ਡ ਆਰਡਰ 'ਚ ਕੀ ਆ ਜਾਂਦਾ ਹੈ? 올ਡ ਆਰਡਰ ਦੇ ਵਿੱਚ ਸਾਡੀਆਂ ਸਾਰੀਆਂ ਰਿਵਾਜ ਆ ਜਾਂਦੇ ਨੇ, ਰਸਮ ਰਿਵਾਜ ਆ ਜਾਂਦੇ ਨੇ, ਤੌਰ ਤਰੀਕੇ ਆ ਜਾਂਦੇ ਨੇ,
ਤੇ ਨਿਊ ਵਨ ਦਾ ਮਤਲਬ ਨਿਊ ਆਰਡਰ ਚ ਮਤਲਬ ਕਿ ਜੋ ਨਵੀਆਂ ਚੀਜ਼ਾਂ ਆ ਰਹੀਆਂ ਨੇ, ਤਾਂ ਉਹਨਾਂ ਜੋ ਸਾਡੇ ਸੋਸਾਇਟੀ ਦੇ ਵਿੱਚ ਚੇਂਜਸ ਆ ਰਹੀਆਂ ਨੇ, ਸਾਡੇ ਰਹਿਣ ਸਹਿਣ ਦਾ ਤਰੀਕਾ ਬਦਲ ਰਿਹਾ ਹੈ, ਬੋਲਣ ਚਾਲਣ ਦਾ, ਪੜ੍ਹਨ ਲਿਖਣ ਦਾ, ਉੱਠਣ ਬੈਠਣ ਦਾ, ਕੱਪੜੇ ਪਾਉਣ ਦਾ, ਤਾਂ ਉਹ ਚੀਜ਼ਾਂ ਜਿਹੜੀਆਂ ਬਦਲ ਰਹੀਆਂ ਨੇ ਉਹਨਾਂ ਦੇ ਵਿੱਚ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਇੰਡੀਆ। ਰੀਕਨਸੀਲੀਏਸ਼ਨ ਦਾ ਮਤਲਬ ਯਾਦ ਰੱਖਿਓ, ਸਮਝੌਤਾ। ਵਾਟ ਇਜ਼ ਟੈਗੋਰਸ ਮੈਸੇਜ ਟੂ ਅਸ? ਤਾਂ ਟੈਗੋਰ ਸਾਨੂੰ ਕੀ ਮੈਸੇਜ ਦਿੰਦੇ, ਬਿਲਕੁਲ ਚੈਪਟਰ ਦੇ ਐਂਡ ਚ ਆਉਂਦਾ ਹੈ ਕਿ ਹੀ ਗਿਵਸ ਦਾ ਮੈਸੇਜ that we should keep firm our own framework and adopt ourselves to outer influences। ਯਾਦ ਕਰੋ ਕੀ ਹੈ ਇਹ, ਸਮਝੋ ਜਰਾ। ਤਾਂ ਉਹ ਸਾਨੂੰ ਮੈਸੇਜ ਦਿੰਦੇ ਨੇ ਕਿ ਸਾਨੂੰ ਮਜ਼ਬੂਤ ਹੋਣਾ ਚਾਹੀਦਾ ਹੈ। ਕੀਪ ਫਰਮ ਦਾ ਮਤਲਬ ਹੁੰਦਾ ਬੇਟਾ ਮਜ਼ਬੂਤ ਹੋਣਾ, ਫਰਮ ਦਾ ਮਤਲਬ ਮਜ਼ਬੂਤ ਹੋਣਾ ਹੈ, ਮਜ਼ਬੂਤ ਨੂੰ ਕਿਹਾ ਜਾਂਦਾ ਹੈ। ਕੀਪ ਫਰਮ ਦਾ ਮਤਲਬ ਮਜ਼ਬੂਤ ਹੋਣਾ, ਕਿ ਅਸੀਂ ਜੋ ਸਾਡਾ ਆਪਣਾ ਫਰੇਮਵਰਕ ਹੈ, ਇੱਥੇ ਆਪਣੇ ਫਰੇਮਵਰਕ ਦੀ ਮਤਲਬ ਆ ਰਹੀ ਹੈ ਜੋ ਸਾਡੀਆਂ ਚੰਗੀਆਂ, ਜੋ ਸਾਡੇ ਚੰਗੀਆਂ ਗੱਲਾਂ ਨੇ ਕਲਚਰ 'ਚ, ਉਸ ਨੂੰ ਕਿਹਾ ਗਿਆ ਕਿ ਜਿਹੜਾ ਸਾਡਾ ਆਪਣਾ ਫਰੇਮਵਰਕ ਹੈ, ਅਤੇ ਬਾਕੀ ਜਿਹੜੇ ਬਾਹਰਲੇ ਇਨਫਲੂਐਂਸ, ਬਾਹਰਲਾ ਅਸਰ ਸਾਡੇ ਤੇ ਪੈ ਰਿਹਾ ਹੈ, ਉਸ ਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਅਡਾਪਟ ਕਰੀਏ। ਅਡਾਪਟ ਦਾ ਮਤਲਬ ਢਾਲੀਏ, ਕਿ ਦੋ ਚੀਜ਼ਾਂ ਆ ਗਈਆਂ ਇਹਦੇ ਵਿੱਚ, ਕਿ ਅਸੀਂ ਆਪਣੇ ਫਰੇਮਵਰਕ 'ਚ ਮਜ਼ਬੂਤ ਰਹੀਏ, ਆਪਣੇ ਕਲਚਰ ਦਾ ਹਿੱਸਾ ਬਣਿਆ ਰਹੀਏ। ਇਹਦਾ ਮਤਲਬ ਇਹ ਹੈ, ਇਸ ਲਾਈਨ ਦਾ ਮਤਲਬ ਇਹ ਹੈ ਕਿ ਵੀ ਸ਼ੁੱਡ ਕੀਪ ਫਰਮ ਆਵਰ ਓਨ ਫਰੇਮਵਰਕ, ਕਿ ਅਸੀਂ ਆਪਣੇ ਕਲਚਰ ਦਾ ਹਿੱਸਾ ਵੀ ਬਣਿਆ ਰਹੀਏ, ਪਰ ਕਿਉਂਕਿ ਬਾਹਰਲਾ ਅਸਰ ਸਾਡੇ ਤੇ ਪੈ ਰਿਹਾ ਹੈ, ਉਸ ਦੇ ਮੁਤਾਬਕ ਅਸੀਂ ਚੰਗੇ ਪਾਸੇ ਨੂੰ ਢਾਲੀਏ। ਅਡਾਪਟ ਆਵਰਸੈਲਵਸ ਟੂ ਆਊਟਰ ਇਨਫਲੂਐਂਸਿਸ। ਆਊਟਰ ਇਨਫਲੂਐਂਸਿਸ ਦਾ ਮਤਲਬ ਜਿਹੜਾ ਵੈਸਟ ਤੋਂ ਇਨਫਲੂਐਂਸ ਆ ਰਿਹਾ ਹੈ। ਦੇਖੋ ਸਾਰਾ ਇਨਫਲੂਐਂਸ ਵੈਸਟ ਦਾ ਮਾੜਾ ਨਹੀਂ ਹੈ, ਚੰਗਾ ਵੀ ਹੈ। ਤਾਂ ਅਸੀਂ ਜਿਹੜਾ ਚੰਗਾ ਕਲਚਰ ਹੈ ਅਸੀਂ ਉਸ ਨੂੰ ਅਪਣਾਈਏ, ਉਸ ਦੇ ਮੁਤਾਬਕ ਅਸੀਂ ਆਪਣੇ ਆਪ ਨੂੰ ਢਾਲੀਏ। ਤਾਂ ਬੇਟਾ ਇਹ ਸੀਗੇ ਸਾਡੇ ਆਬਜੈਕਟਿਵ ਟਾਈਪ ਕੁਐਸਚਨਸ। ਇਸ ਤੋਂ ਬਾਅਦ ਬੇਟਾ ਆਪਾਂ ਇਸ ਦੇ 4 ਸ਼ਾਰਟ ਆਨਸਰ ਟਾਈਪ ਕੁਐਸਚਨ ਨੇ, ਜਿਨ੍ਹਾਂ 'ਚ ਮੈਨੂੰ ਪੂਰੀ ਉਮੀਦ ਹੈ ਕੋਈ ਨਾ ਕੋਈ ਕੁਐਸਚਨ ਪੇਪਰ 'ਚ ਆ ਸਕਦਾ ਹੈ। ਇਹ ਤੁਸੀਂ ਆਲਰੇਡੀ ਨੋਟ ਕਰੇ ਹੋਏ ਨੇ, ਮੈਂ ਤੁਹਾਨੂੰ ਸਮਝਾ ਦੇਣਾ। ਆਬਜੈਕਟਿਵ ਆਪਣੇ ਹੋ ਗਏ, ਸ਼ਾਰਟ ਆਨਸਰ ਕਰਨ ਜਾ ਰਹੇ ਹਾਂ। ਤਾਂ ਪਹਿਲੇ ਹੀ ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ, ਤਾਂ ਛੱਡਣਾ ਹੀ ਨਹੀਂ ਹੈ ਤੁਸੀਂ, ਕਿ ਵਾਈ ਵਾਸ ਟੈਗੋਰ ਕਾਲਡ ਮੋਸਟ ਡੀਅਰ ਟੂ ਆਲ ਦਾ ਮਿਊਜ਼ਿਸ। ਕਿ ਟੈਗੋਰ ਨੂੰ ਮੋਸਟ ਡੀਅਰ ਟੂ ਆਲ ਦਾ ਮਿਊਜ਼ਿਸ ਕਿਉਂ ਕਿਹਾ ਗਿਆ ਹੈ, ਇਹ ਉਪਾਧੀ ਕਿਉਂ ਦਿੱਤੀ ਗਈ ਹੈ? that Tagore had expressed his acute sensitivity and genius through literature, music, dance and painting। पहली लाइन देखो, टैगोर ਦੀ ਜਿਹੜੀ ਸੈਂਸਿਟੀਵਿਟੀ ਹੈ ਨਾ, ਸੈਂਸਿਟੀਵਿਟੀ ਦਾ ਮਤਲਬ ਹੁੰਦਾ ਹੈ ਕਿ ਬੰਦਾ ਕਿੰਨਾ ਕੁ ਕਿਸ ਪ੍ਰਤੀ ਸੈਂਸਿਟਿਵ ਹੈ। ਜਿਵੇਂ ਹੁਣ ਸਪੋਜ਼ ਕਰੋ ਕਈ ਬੰਦੇ ਹੁੰਦੇ ਨੇ, ਉਹਨਾਂ ਨੂੰ ਗਾਣ ਦੀ ਬੜੀ ਹੁੰਦੀ ਹੈ, ਉਹ ਗਾਣ ਪ੍ਰਤੀ ਬੜੀ ਸੈਂਸਿਟਿਵ ਹੁੰਦੇ ਨੇ, ਉਹਦਾ ਧਿਆਨ ਉਧਰ ਹੁੰਦਾ, ਰੁਝਾਨ ਉਧਰ ਹੁੰਦਾ ਹੈ। ਕਈਆਂ ਦਾ ਲਿਖਣ ਪ੍ਰਤੀ, ਕੋਈ ਗਾਣੇ ਲਿਖਣ ਪ੍ਰਤੀ ਜਾਂ ਨੋਵਲ ਲਿਖਣ ਪ੍ਰਤੀ ਹੁੰਦੇ। ਤਾਂ ਟੈਗੋਰ ਦੀ ਜਿਹੜੀ ਸੈਂਸਿਟੀਵਿਟੀ ਸੀ, ਇੱਥੇ ਐਕਿਊਟ ਸ਼ਬਦ ਦਾ ਮਤਲਬ ਬਹੁਤ ਜ਼ਿਆਦਾ, ਐਕਿਊਟ ਲਿਖ ਸਕਦੇ ਹੋ, ਨਹੀਂ ਲਿਖਣਾ ਛੱਡ ਸਕਦੇ ਹੋ। ਟੈਗੋਰ ਦੀ ਜਿਹੜੀ ਸੈਂਸਿਟੀਵਿਟੀ ਸੀ, ਤੇ ਜੀਨੀਅਸ ਦਾ ਮਤਲਬ ਹੁੰਦਾ ਹੈ ਉਹਨਾਂ ਦੀ ਕਾਬਲੀਅਤ, ਹੈ ਨਾ। ਤਾਂ ਉਹਨਾਂ ਦੀ ਜਿਹੜੀ ਕਾਬਲੀਅਤ ਸੀ ਤੇ ਜਿਹੜੀ ਉਹਨਾਂ ਦੀ ਸੈਂਸਿਟੀਵਿਟੀ ਸੀ, ਜੋ ਉਹਨਾਂ ਦਾ ਰੁਝਾਨ ਸੀਗਾ, ਉਹ ਸਾਨੂੰ ਉਹਨਾਂ ਦੇ ਲਿਟਰੇਚਰ ਤੋਂ, ਜੋ ਉਹਨਾਂ ਨੇ ਲਿਖਿਆ, ਦੇਖੋ ਉਹਨਾਂ ਨੇ ਬਹੁਤ ਸਾਰੇ ਗੀਤ ਲਿਖੇ ਹੈ, ਉਹਨਾਂ ਦਾ ਲਿਖਿਆ ਗੀਤ ਤੁਸੀਂ ਰੋਜ਼ ਗਾਉਂਦੇ ਹੋ। ਤੇ ਮਿਊਜ਼ੀਸ਼ੀਅਨ ਵੀ ਸੀਗੇ ਉਹ, ਬਹੁਤ ਸਾਰੀਆਂ ਉਹਨਾਂ ਨੇ ਗਾਣੇ ਲਿਖੇ ਹੈ, ਜਿਹਦੇ ਵਿੱਚ ਜਿਹੜੇ ਅੱਜ ਕੱਲ ਮਤਲਬ ਮੀਲ ਪੱਥਰ ਹੋ ਗਏ ਉਹ। ਈਵਨ ਕਿ ਬੰਗਲਾਦੇਸ਼ ਦਾ ਜਿਹੜਾ ਰਾਸ਼ਟਰੀ ਸੌਂਗ ਹੈ ਉਹ ਵੀ ਟੈਗੋਰ ਜੀ ਦਾ ਲਿਖਿਆ ਹੋਇਆ ਹੈ, ਹੁਣ ਤੁਸੀਂ ਅੰਦਾਜ਼ਾ ਲਾਓ ਬੰਗਲਾਦੇਸ਼ ਦਾ। ਤੇ ਡਾਂਸ, ਬਹੁਤ ਅੱਛੇ ਡਾਂਸਰ ਸੀਗੇ। ਅਤੇ ਪੇਂਟਿੰਗ ਵੀ ਕਰਦੇ ਸੀ। ਦੇਖੋ ਇਹ ਸਾਰੀ ਆਰਟਸ ਦੀਆਂ ਹੀ ਕਿਸਮਾਂ ਨੇ ਨਾ, ਲਿਟਰੇਚਰ, ਮਿਊਜ਼ਿਕ। ਲਿਟਰੇਚਰ 'ਚ ਕੀ ਸੀ? ਪੋਇਟਰੀ, ਮਿਊਜ਼ਿਕ, ਡਾਂਸ ਐਂਡ ਪੇਂਟਿੰਗ। ਇਹਦੇ ਵਿੱਚੋਂ ਉਹਨਾਂ ਨੇ ਆਪਣੀ, ਉਹਨਾਂ ਦੀ ਜੀਨੀਅਸ ਝਲਕਦੀ ਹੈ, ਕਾਬਲੀਅਤ ਝਲਕਦੀ ਹੈ, ਅਤੇ ਉਹਨਾਂ ਦਾ ਰੁਝਾਨ, ਸੈਂਸਿਟੀਵਿਟੀ ਝਲਕਦੀ ਹੈ। Tagore had always considered himself to be a poet and neither a scholar nor a philosopher। ਸਮਝੋ ਕੀ ਹੈ ਇਹ? ਟੈਗੋਰ ਨੇ ਹਮੇਸ਼ਾ ਆਪਣੇ ਆਪ ਨੂੰ ਪੋਇਟ ਕੰਸੀਡਰ ਕੀਤਾ ਹੈ। ਟੈਗੋਰ ਇਹ ਮੰਨਦੇ ਸੀਗੇ ਕਿ ਮੈਂ ਇੱਕ ਪੋਇਟ ਹਾਂ। ਹੈਡ ਆਲਵੇਜ਼ ਕੰਸੀਡਰ ਦਾ ਮੰਨਣਾ, ਮਤਲਬ ਮੰਨਣਾ ਆਪਣੇ ਆਪ ਨੂੰ, ਟੂ ਬੀ ਅ ਪੋਇਟ, ਕਿ ਉਹ ਇੱਕ ਪੋਇਟ ਸੀ। ਉਹ ਨਾ ਤਾਂ ਸਕਾਲਰ ਸੀ, ਸਕਾਲਰ ਦਾ ਮਤਲਬ ਵਿਦਵਾਨ, ਅਤੇ ਨਾ ਹੀ ਫਿਲੋਸਫਰ ਸੀ, ਮਤਲਬ ਕਿ ਦਾਰਸ਼ਨਿਕ। ਮਤਲਬ ਉਹ ਮੰਨਦੇ ਸੀ, ਅਸੀਂ ਤਾਂ ਮੰਨਦੇ ਕਿ ਟੈਗੋਰ ਸਕਾਲਰ ਵੀ ਸੀਗੇ, ਫਿਲੋਸਫਰ ਸੀ, ਲੇਕਿਨ ਜਦੋਂ ਟੈਗੋਰ ਨੂੰ ਪੁੱਛਿਆ ਜਾਂਦਾ ਸੀ ਕਿ ਤੁਸੀਂ ਆਪਣੇ ਆਪ ਨੂੰ ਕੀ ਮੰਨਦੇ ਹੋ, ਕਹਿੰਦੇ ਮੈਂ ਤਾਂ ਇੱਕ ਪੋਇਟ ਹਾਂ, ਮੈਂ ਨਾ ਤਾਂ ਫਿਲੋਸਫਰ ਹੈ, ਨਾ ਹੀ ਮੈਂ ਸਕਾਲਰ ਹਾਂ। ਤਾਂ ਇਹ ਮਤਲਬ ਇਸ ਲਾਈਨ ਦਾ ਹੋ ਗਿਆ ਜੀ। The deepest truth of Tagore's life emerge in his poetry। ਇਹ ਲਾਈਨ ਉੱਪਰੋਂ ਹੀ ਆਈ ਹੈ, ਦੇਖੋ। ਕਹਿੰਦੇ ਜਿਹੜੀਆਂ ਉਹ ਟੈਗੋਰ ਦੀਆਂ ਜ਼ਿੰਦਗੀ ਦੀਆਂ ਡੂੰਘੀਆਂ ਸੱਚਾਈਆਂ ਸੀਗੀਆਂ, ਉਹ ਉਹਨਾਂ ਦੀ ਪੋਇਟਰੀ ਤੋਂ ਝਲਕਦੀਆਂ ਨੇ। ਇਮਰਜ ਦਾ ਮਤਲਬ ਨਿਕਲਦੀਆਂ, ਬਾਹਰ ਨਿਕਲਦੀਆਂ। ਜੇਕਰ ਅਸੀਂ ਉਹਨਾਂ ਦੀ ਪੋਇਟਰੀ ਪੜ੍ਹੀਏ ਤਾਂ ਉੱਥੋਂ ਸਾਨੂੰ ਡੀਪੈਸਟ ਟਰੂਥ ਪਤਾ ਲੱਗਦਾ ਹੈ। Therefore ਇਸ ਕਰਕੇ ਹੀ ਵਾਸ ਕਾਲਡ ਮੋਸਟ ਡੀਅਰ ਟੂ ਆਲ ਦਾ ਮਿਊਜ਼ਿਸ, ਕਰਕੇ ਉਹਨਾਂ ਨੂੰ
ਸਾਰੀਆਂ ਮਿਊਜ਼ਿਸ ਦਾ ਡੀਅਰ ਕਿਹਾ ਜਾਂਦਾ ਹੈ। ਤਾਂ ਸਮਝ ਆ ਗਿਆ ਹੋਣਾ ਬੇਟਾ, ਫਿਰ ਵੀ ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਕਲਾਸ 'ਚ ਦੱਸ ਦਿਓ। ਉਸ ਤੋਂ ਬਾਅਦ ਹੈ ਜੀ ਸੈਕਿੰਡ ਕੁਐਸਚਨ ਵੀ ਇੰਪੋਰਟੈਂਟ ਹੈ, ਡਿਸਕ੍ਰਾਈਬ ਅ ਵਰਡ ਪਿਕਚਰ ਆਫ ਰਵਿੰਦਰਨਾਥ ਟੈਗੋਰ। ਵਰਡ ਪਿਕਚਰ ਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਨੇ ਕਿਸੇ ਦੀ ਪਰਸਨੈਲਿਟੀ ਬਾਰੇ ਕੁਝ ਗੱਲਾਂ ਲਿਖਣੀਆਂ ਹੁੰਦੀਆਂ, ਤੇ ਰਵਿੰਦਰਨਾਥ ਟੈਗੋਰ ਜੀ ਦੀ ਪਰਸਨੈਲਿਟੀ ਬਾਰੇ ਕੁਝ ਗੱਲਾਂ ਲਿਖੋ। ਇਹ ਹੈ ਜੀ ਕਿ ਟੈਗੋਰ ਹੈਡ ਅ એનર્ਜੈਟਿਕ ਐਂਡ ਮੈਗਨੀਫੀਸੈਂਟ ਪਰਸਨੈਲਿਟੀ। ਟੈਗੋਰ ਦੀ ਇੱਕ એનર્ਜੈਟਿਕ, એનર્ਜੀ ਤੋਂ એનર્ਜੈਟਿਕ ਬਣਦਾ, ਦੇਖੋ ਵਾਈ ਕੱਟ ਕੇ ETIC ਲਾਈ ਹੋਈ ਹੈ, ਹੋਰ ਕੁਝ ਨਹੀਂ ਹੈ, ਤੇ ਤੋਂ ਡਰਨ ਦੀ ਲੋੜ ਨਹੀਂ ਹੈ। એનર્ਜੀ ਦੇ ਸਪੈਲਿੰਗ ਤੁਹਾਨੂੰ ਆਉਂਦੇ ਆ, ਵਾਈ ਕੱਟ ਕੇ ETIC ਲਾ ਦੋ, એનર્ਜੈਟਿਕ ਬਣ ਗਿਆ। ਮੈਗਨੀਫੀਸੈਂਟ, ਵੰਡਰਫੁਲ ਲਿਖ ਸਕਦੇ ਹੋ ਤੁਸੀਂ ਇਹਦੀ ਥਾਂ ਤੇ। ਤਾਂ ਟੈਗੋਰ ਦੀ ਇੱਕ એનર્ਜੀ ਭਰਪੂਰ, ਊਰਜਾ ਭਰਪੂਰ ਅਤੇ ਬਹੁਤ ਹੀ ਸ਼ਾਨਦਾਰ ਪਰਸਨੈਲਿਟੀ ਸੀ। ਮੈਗਨੀਫੀਸੈਂਟ, ਵੰਡਰਫੁਲ, ਚਾਰਮਿੰਗ, ਕੁਝ ਵੀ ਲਿਖ ਸਕਦੇ ਹੋ। He was tall and serene with flowing beard and curly hair। ਇਹ ਲਾਈਨ ਉੱਪਰੋਂ ਹੀ ਆਪਾਂ ਚੱਕੀ ਹੈ ਆਬਜੈਕਟਿਵ ਟਾਈਪ ਚੋਂ, ਤੁਹਾਨੂੰ ਸਮਝਾ ਚੁੱਕਿਆ। Ernest Rice in his book Every Man Remembers describe him as the prophet Isaiah। ਇਹ ਵੀ ਮੈਂ ਤੁਹਾਨੂੰ ਲਿਖ ਚੁੱਕਿਆ, ਸਮਝਾ ਚੁੱਕਿਆ ਕਿ ਜਿਹੜੇ ਅਰਨੈਸਟ ਰਾਇਸ ਸੀਗੇ, ਉਹਨਾਂ ਨੇ ਆਪਣੀ ਇੱਕ ਬੁੱਕ ਲਿਖੀ ਸੀ, ਉਹਨਾਂ ਦੀ ਬੁੱਕ ਸੀ ਐਵਰੀ ਮੈਨ ਰਿਮੈਂਬਰਸ। ਐਵਰੀ ਮੈਨ ਰਿਮੈਂਬਰਸ ਉਹਨਾਂ ਦੀ ਬੁੱਕ ਹੈ। ਉਹਦੇ ਵਿੱਚ ਉਹਨਾਂ ਨੇ ਟੈਗੋਰ ਨੂੰ ਕਿਵੇਂ ਡਿਸਕ੍ਰਾਈਬ ਕੀਤਾ, ਕਿਵੇਂ ਵਰਣਨ ਕਰਿਆ ਜੀ, ਐਜ਼ ਦਾ ਪ੍ਰੋਫਿਟ ਇਸਾਇਆ। ਪ੍ਰੋਫਿਟ ਇਸਾਇਆ ਦੇ ਤੌਰ ਤੇ ਉਹਨਾਂ ਨੂੰ ਕਿਹਾ। ਪ੍ਰੋਫਿਟ ਇਸਾਇਆ ਬਹੁਤ ਹੀ ਆਦਰਪੂਰਵਕ ਵਰਡਸ ਹੈ ਜਦੋਂ ਆਪਾਂ ਕਿਸੇ ਪਰਸਨ ਦੇ ਲਈ ਯੂਜ਼ ਕਰਦੇ ਹਾਂ। ਟੈਗੋਰ ਹੈਡ ਅ ਪ੍ਰੋਫੈਟਿਕ ਵਿਜ਼ਨ। ਪ੍ਰੋਫੈਟਿਕ ਸ਼ਬਦ ਬੱਚਿਓ ਪ੍ਰੋਫਿਟ ਤੋਂ ਹੀ ਬਣਿਆ। ਦੇਖੋ ਆ ਪ੍ਰੋਫਿਟ ਸ਼ਬਦ ਜੇ ਤੁਸੀਂ ਯਾਦ ਕਰ ਲਿਆ ਤਾਂ ਉੱਥੋਂ ਹੀ ਪ੍ਰੋਫੈਟਿਕ ਬਣ ਜਾਊਗਾ। ਪ੍ਰੋਫਿਟ ਇਜ਼ ਅ ਨਾਉਨ, ਪ੍ਰੋਫੈਟਿਕ ਇਜ਼ ਐਨ ਐਡਜੈਕਟਿਵ। ਕਹਿੰਦੇ ਜਿਹੜੇ ਟੈਗੋਰ ਹੈ ਉਹਨਾਂ ਦੀ ਇੱਕ ਸੰਤਾਂ ਵਰਗੀ, ਮਹਾਪੁਰਖਾਂ ਵਰਗਾ ਵਿਜ਼ਨ ਸੀ। ਵਿਜ਼ਨ ਦਾ ਮਤਲਬ ਹੁੰਦਾ ਦ੍ਰਿਸ਼ਟੀਕੋਣ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ। ਜਦੋਂ ਸਾਡੇ ਮਨ 'ਚ ਕਲੀਅਰ ਹੁੰਦਾ ਵੀ ਮੈਨੇ ਆਹ ਕੁਛ ਕਰਨਾ ਆਪਣੀ ਲਾਈਫ 'ਚ, ਆਪਾਂ ਕਹਿੰਦੇ ਕਿ ਸਾਡਾ ਇੱਕ ਅੱਛਾ ਵਿਜ਼ਨ ਹੈ, ਤਾਂ ਇਹਨੂੰ ਕਿਹਾ ਗਿਆ ਕਿ ਉਹਨਾਂ ਦਾ ਪ੍ਰੋਫੈਟਿਕ ਵਿਜ਼ਨ ਸੀਗਾ। ਜਿਵੇਂ ਸੰਤਾਂ ਦਾ ਕੋਈ ਦ੍ਰਿਸ਼ਟੀਕੋਣ ਹੁੰਦਾ ਹੈ, ਉਹਨੂੰ ਇਦਾਂ ਦਾ ਟੈਗੋਰ ਦਾ ਵਿਜ਼ਨ ਸੀਗਾ। ਤੇ ਸਾਡਾ ਸੈਕਿੰਡ ਕੁਐਸਚਨ ਹੋ ਗਿਆ। ਥਰਡ ਹੈ ਜੀ ਕਿ ਵਟ ਅਕੋਰਡਿੰਗ ਟੂ ਟੈਗੋਰ ਇਜ਼ ਦਾ ਸਪਿਰਿਟ ਆਫ ਇੰਡੀਆ। ਟੈਗੋਰ ਦੇ ਮੁਤਾਬਕ ਸਾਡੇ ਇੰਡੀਆ ਦੀ ਸਪਿਰਿਟ ਕੀ ਹੈ। ਸਪਿਰਿਟ ਦਾ ਮਤਲਬ ਵੈਸੇ ਆਤਮਾ ਹੁੰਦੀ ਹੈ, ਭਾਵਨਾ ਵੀ ਹੁੰਦੀ ਹੈ, ਕਈ ਗੱਲਾਂ ਹੁੰਦੀਆਂ ਨੇ। ਤਾਂ ਇੰਡੀਆ ਨੂੰ ਕਿਸ ਤਰ੍ਹਾਂ ਡਿਫਾਈਨ ਕਰਦੇ ਸੀ ਸਪਿਰਿਟ ਆਫ ਇੰਡੀਆ ਨੂੰ? ਤਾਂ ਅਕੋਰਡਿੰਗ ਟੂ ਟੈਗੋਰ ਇੰਡੀਆ ਇਜ਼ ਨਾਟ ਅ ਜਿਓਗ੍ਰਾਫੀਕਲ ਐਕਸਪ੍ਰੈਸ਼ਨ ਬਟ ਐਨ ਇਨਸਪੀਰੇਸ਼ਨ। ਦੇਖੋ ਕਹਿੰਦੇ ਟੈਗੋਰ ਦੇ ਮੁਤਾਬਕ ਜਿਹੜਾ ਇੰਡੀਆ ਦੇਸ਼ ਹੈ ਉਹ ਜਿਓਗ੍ਰਾਫੀਕਲ ਐਕਸਪ੍ਰੈਸ਼ਨ ਨਹੀਂ ਹੈ। ਹੁਣ ਇੱਥੇ ਐਕਸਪ੍ਰੈਸ਼ਨ ਦਾ ਮਤਲਬ ਹੁੰਦਾ ਬੱਚਿਓ, ਜਿਵੇਂ ਆਪਾਂ ਵਰਡਸ ਲਿਖਦੇ ਨਾ, ਆਪਾਂ ਮੈਂ ਤੁਹਾਨੂੰ ਕਈ ਵਾਰੀ ਕਹਿਣਾ ਹੁੰਦਾ ਹੈ ਕਿ ਇਹ ਐਕਸਪ੍ਰੈਸ਼ਨ ਵਰਤ ਲਿਓ, ਜਾਂ ਇਹ ਕੁਐਸਚਨ ਦੇ ਵਿੱਚ ਐਕਸਪ੍ਰੈਸ਼ਨ ਆ ਵਰਡ ਵਰਤਿਆ ਹੋਇਆ। ਇੱਥੇ ਜਿਓਗ੍ਰਾਫੀਕਲ ਐਕਸਪ੍ਰੈਸ਼ਨ ਦਾ ਮਤਲਬ ਕਿ ਇੱਕ ਭੂਗੋਲ ਦਾ ਟੁਕੜਾ ਨਹੀਂ ਹੈ, ਜ਼ਮੀਨ ਦਾ ਟੁਕੜਾ ਨਹੀਂ ਹੈ। ਇੱਥੇ ਮਤਲਬ ਇਹ ਹੈ ਕਿ ਇੰਡੀਆ ਸਿਰਫ ਇੱਕ ਜ਼ਮੀਨ ਦਾ ਟੁਕੜਾ ਨਹੀਂ ਹੈ, ਸਗੋਂ ਇਹ ਇੱਕ ਕੀ ਹੈ, ਇੰਸਪੀਰੇਸ਼ਨ ਹੈ, ਪ੍ਰੇਰਨਾ ਦੇਣ ਵਾਲਾ ਦੇਸ਼ ਹੈ। ਹਰ ਇੱਕ ਦੇਸ਼ ਕੋਲੇ ਜ਼ਮੀਨ ਹੁੰਦੀ ਹੈ, ਤਾਂ ਆਪਾਂ ਉਹਨੂੰ ਜਿਓਗ੍ਰਾਫੀਕਲ ਐਕਸਪ੍ਰੈਸ਼ਨ ਕਹਿ ਦਿੰਦੇ ਹਾਂ ਆਮ ਭਾਸ਼ਾ 'ਚ, ਹੈ ਨਾ, ਜਦ ਆਪਾਂ ਲਿਖਦੇ ਹਾਂ। ਇੱਥੇ ਉਹ ਕਹਿੰਦੇ ਨੇ ਕਿ ਇੰਡੀਆ ਇੱਕ ਜਿਓਗ੍ਰਾਫੀਕਲ ਐਕਸਪ੍ਰੈਸ਼ਨ ਨਹੀਂ ਹੈ, ਸਗੋਂ ਕੀ ਹੈ ਜੀ, ਇੰਸਪੀਰੇਸ਼ਨ ਹੈ, ਪ੍ਰੇਰਨਾ ਦਿੰਦਾ ਹੈ। ਹੀ ਹੈਡ ਅ ਗ੍ਰੇਟ ਲਵ ਫॉर ਇੰਡੀਆ। ਤਾਂ ਉਹਨਾਂ ਦਾ ਭਾਰਤ ਪ੍ਰਤੀ ਬਹੁਤ ਪਿਆਰ ਹੀ ਸੀ, ਬਿਕੋਜ਼ ਹੀ ਹੈਡ ਗ੍ਰੇਟ ਫੇਥ ਇਨ ਦਾ ਸਪਿਰਿਟ ਆਫ ਇੰਡੀਆ, ਕਿਉਂਕਿ ਉਹਨਾਂ ਦੀ ਇੰਡੀਆ ਦੀ ਆਤਮਾ 'ਚ ਉਹਨਾਂ ਦਾ ਬਹੁਤ ਜ਼ਿਆਦਾ ਫੇਥ ਸੀਗਾ। ਹੀ ਹੈਜ਼ ਦਾ ਪਾਵਰ ਆਫ ਬਾਈਂਡਿੰਗ ਟੂਗੇਦਰ ਡਿਸਪਾਈਟ ਡਿਫਿਕਲਟੀਜ਼ ਐਂਡ ਕੌਨਫਲਿਕਟਸ। ਇੰਡੀਆ ਹੈਜ਼ ਦਾ ਪਾਵਰ, ਕਹਿੰਦੇ ਇੰਡੀਆ ਕੋਲ ਅਜਿਹੀ ਸ਼ਕਤੀ ਹੈ ਕਿ ਇਹ ਬੰਨ ਕੇ ਰੱਖਦੀ ਹੈ, ਬਾਈਂਡਿੰਗ ਟੂਗੇਦਰ, ਇਹ ਸਾਰੇ ਲੋਕਾਂ ਨੂੰ ਆਪਸ 'ਚ ਬੰਨ ਕੇ ਰੱਖਦੀ ਹੈ। ਹਾਲਾਂਕਿ ਇੱਥੇ ਡਿਫਿਕਲਟੀਜ਼ ਵੀ ਨੇ। ਡਿਸਪਾਈਟ ਦਾ ਮਤਲਬ ਹੁੰਦਾ ਬਜਾਏ। ਇੱਥੇ ਕੀ ਨੇ, ਡਿਫਿਕਲਟੀਜ਼ ਵੀ ਨੇ, ਮੁਸ਼ਕਲਾਂ ਵੀ ਨੇ ਅਤੇ ਝਗੜੇ ਵੀ ਨੇ। ਲੋਕਾਂ ਦੇ ਆਪਸੀ ਮਾੜੇ ਮੋਟੇ ਝਗੜੇ ਵੀ ਨੇ, ਲੋਕਾਂ ਦੀਆਂ ਮੁਸ਼ਕਲਾਂ ਵੀ ਨੇ। ਗਰੀਬੀ ਦੀ ਪ੍ਰੋਬਲਮ ਹੈ, ਅਨਪੜ੍ਹਤਾ ਦੀ ਪ੍ਰੋਬਲਮ ਹੈ, ਕਈ ਮੁਸ਼ਕਲਾਂ ਨੇ, ਲੇਕਿਨ ਫਿਰ ਵੀ ਇੰਡੀਆ 'ਚ ਕੋਈ ਐਸੀ ਪਾਵਰ ਹੈ ਜਿਹੜੀ ਸਾਰੇ ਭਾਰਤੀ ਲੋਕਾਂ ਨੂੰ ਇਹ ਬਾਈਂਡਿੰਗ ਟੂਗੇਦਰ ਬੰਨ ਕੇ ਰੱਖਦੀ ਹੈ। ਉਸ ਤੋਂ ਬਾਅਦ ਸ਼ੀ ਹੈਡ ਸੇਵਡ ਥਰੂ ਸਟੋਰਮੀ ਏਜਿਸ ਦਾ ਲਿਵਿੰਗ ਵਰਡਸ ਆਫ ਆਰ ਗ੍ਰੇਟ ਸਨਸ ਐਂਡ ਸੇਜਿਸ। ਸ਼ੀ ਦਾ ਮਤਲਬ ਇੱਥੇ ਫਿਰ ਇੰਡੀਆ ਤੋਂ ਹੀ ਕਿਹਾ ਗਿਆ, ਭਾਰਤੀ ਜਿਹੜੀ ਮਾਤਾ ਹੈ ਉਸਨੂੰ ਕਿਹਾ ਗਿਆ ਕਿ ਜਿਹੜਾ ਭਾਰਤ ਹੈ ਇਸਨੇ ਸਟੋਰਮੀ ਏਜਿਸ ਤੋਂ ਆਪਣੇ ਆਪ ਨੂੰ ਸੇਵ ਕੀਤਾ ਹੈ। ਸਟੋਰਮ ਦਾ ਮਤਲਬ ਵੈਸੇ ਤੂਫਾਨ ਹੁੰਦਾ ਹੈ, ਏਜਿਸ ਦਾ ਮਤਲਬ ਹੁੰਦਾ ਸਮਾਂ, ਤੂਫਾਨੀ ਸਮਾਂ। ਤੂਫਾਨੀ ਸਮਾਂ ਕੀ, ਕਿ ਜਦੋਂ ਇੰਡੀਆ ਦੇ ਵਿੱਚ ਬਹੁਤ ਸਾਰੇ ਬੇਟਾ ਹਮਲਾਵਰ ਆਏ ਨੇ, ਬਹੁਤ ਸਾਰਾ ਇੰਡੀਆ ਦੇ ਨਾਲ ਖੂਨ ਖਰਾਬਾ ਵੀ ਕਰਕੇ ਗਏ ਨੇ, ਉਹਨਾਂ ਮੌਕਿਆਂ ਨੂੰ ਕਿਹਾ ਗਿਆ ਕਿ ਉਹ ਜਿਹੜੇ ਸਟੋਰਮੀ ਏਜਿਸ ਸੀ ਉਹਨਾਂ ਦੇ ਵਿੱਚ ਵੀ ਇੰਡੀਆ ਨੇ ਆਪਣੇ ਆਪ ਨੂੰ ਸੇਵ ਕੀਤਾ। ਕਿਵੇਂ? ਕਿਉਂਕਿ ਸ਼ਬਦ ਹਮੇਸ਼ਾ ਲਿਵਿੰਗ ਰਹੇ, ਅਮਰ ਸ਼ਬਦ ਰਹੇ। ਉਹ ਸ਼ਬਦ ਕਿਹੜੇ ਸੀਗੇ, ਕਿਹਨਾਂ ਦੇ ਸੀਗੇ ਜੀ? ਇੰਡੀਆ ਦੇ ਮਹਾਨ ਪੁੱਤਰਾਂ ਦੇ ਅਤੇ ਸੇਜੀ ਸੰਤਾਂ ਦੇ। ਇਹ ਪਹਿਲਾਂ ਵੀ ਆਇਆ ਨਾ ਕਿ ਭਾਰਤ ਦੀ ਸਪਿਰਿਟ ਕਿਵੇਂ ਬਣੀ ਰਹੀ ਹੈ, ਫੇਥ ਕਿਵੇਂ ਬਣਿਆ ਰਿਹਾ ਹੈ।
ਕਿਉਂਕਿ ਇੱਥੇ ਸਮੇਂ-ਸਮੇਂ ਤੇ ਸਾਡੇ ਸੰਤ ਲੋਕ, ਸਾਡੇ ਮਹਾਂਪੁਰਖ ਲੋਕ ਪੈਦਾ ਹੁੰਦੇ ਰਹੇ ਨੇ, ਉਹਨਾਂ ਨੇ ਸਾਨੂੰ ਗਾਈਡਲਾਈਨਸ ਦਿੱਤੀਆਂ ਨੇ, ਜਿਸ ਕਰਕੇ ਇੰਡੀਆ ਹਮੇਸ਼ਾ ਬਚਿਆ ਰਿਹਾ ਹੈ ਜਿਹੜੀਆਂ ਇੱਥੇ ਜੋ ਵੀ ਸਟੋਮੀ ਏਜਿਸ ਆਈਆਂ ਉਹਨਾਂ ਤੋਂ। ਤਾਂ ਲਾਸਟ ਕੁਐਸਚਨ ਹੈ ਜੀ ਕਿ what according to Tagore has helped India to survive, ਕਿ ਇੰਡੀਆ ਕਿਸ ਤਰ੍ਹਾਂ ਬਚਿਆ ਰਿਹਾ ਹੈ ਟੈਗੋਰ ਦੇ ਮੁਤਾਬਕ। ਤਾਂ ਇੱਕ ਲਾਈਨ ਤਾਂ ਬੇਟਾ ਉੱਪਰ ਹੀ ਆ ਗਈ ਜਿਹੜੀ ਆਪਾਂ ਹੁਣੀ ਕੀਤੀ ਹੈ, ਤੁਸੀਂ ਇੱਥੇ ਉਹ ਲਾਈਨ ਲਿਖ ਸਕਦੇ ਹੋ। ਇੰਡੀਆ ਹੈਜ਼ ਫੇਸਡ ਮੈਨੀ ਇਨਵੇਜ਼ਨ, ਕਿ ਇੰਡੀਆ ਨੇ ਬਹੁਤ ਸਾਰੇ ਹਮਲੇ ਸਹੇ ਨੇ। ਇਨਵੇਜ਼ਨ ਦਾ ਮਤਲਬ ਹੁੰਦਾ ਬੇਟਾ ਹਮਲੇ, ਬਹੁਤ ਸਾਰੇ ਹਮਲੇ ਸਹੇ ਨੇ। ਇੰਡੀਆ ਆਲਵੇਜ਼ ਮੈਨੇजेस ਟੂ ਰਾਈਜ਼ ਅਗੇਨ ਬਾਈ ਦੀ ਪਾਵਰ ਆਫ ਸੈਲਫ ਰਿਨਿਊਅਲ, ਕਹਿੰਦੇ ਇੰਡੀਆ ਹਮੇਸ਼ਾ ਦੁਬਾਰਾ ਉੱਠਿਆ, ਰਾਈਜ਼ ਅਗੇਨ। ਮੈਨੇਜ ਮਤਲਬ ਕਿ ਉਹ ਮੈਨੇਜ ਕੀਤਾ ਉਹਨੇ ਆਪਣੇ ਆਪ ਨੂੰ, ਉਹ ਦੁਬਾਰਾ ਉੱਠ ਕੇ ਉਹ ਮੈਨੇਜ ਕੀਤਾ। ਕਿਵੇਂ? ਸੈਲਫ ਰਿਨਿਊਅਲ, ਕਿ ਉਹ ਦੁਬਾਰਾ ਮਤਲਬ ਕਿ ਫੇਰ ਆਪਣੇ ਆਪ ਲੜ ਕੇ ਉੱਠਿਆ। ਰੀਨਿਊ ਤੋਂ ਰਿਨਿਊਅਲ ਬਣਦਾ ਹੈ। ਨਿਊ ਦੇ ਅੱਗੇ ਆਪਾਂ ਦੇਖੋ ਜੇ ਰੀ ਪਾ ਦਈਏ ਤਾਂ ਰੀਨਿਊ ਹੋ ਜਾਂਦਾ, ਉਹਦੇ ਪਿੱਛੇ ਏਐਲ ਪਾ ਦਈਏ ਤਾਂ ਰੀਨਿਊਅਲ ਬਣ ਜਾਂਦਾ। ਇੰਡੀਆ ਹੈਜ਼ ਦੀ ਪਾਵਰ ਟੂ ਗਿਵ ਬਰਥ ਟੂ ਅ ਸੀਅਰਸ ਆਫ ਉਪਨਿਸ਼, ਦਾ ਬੁੱਧਾ, ਦਾ ਮਹਾਵੀਰ, ਅਸ਼ੋਕਾ ਐਂਡ ਅਕਬਰ, ਕਬੀਰ ਐਂਡ ਨਾਨਕ। ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇੰਡੀਆ ਨੇ ਬਹੁਤ ਸਾਰੇ ਸੀਅਰ ਦਾ ਮਤਲਬ ਸੰਤਾਂ ਨੂੰ ਜਨਮ ਦਿੱਤਾ ਹੈ। ਉਹਦੇ ਚ ਬੁੱਧ ਆਏ ਨੇ, ਮਹਾਵੀਰ ਆਏ ਨੇ, ਅਸ਼ੋਕ, ਅਕਬਰ ਆਏ ਨੇ, ਕਬੀਰ ਆਏ ਨੇ, ਨਾਨਕ ਜੀ ਆਏ ਨੇ। ਤਾਂ ਉਪਨਿਸ਼ਦ ਇੱਥੇ ਵੇਦਾਂ ਦੀ ਗੱਲ ਹੋ ਰਹੀ ਹੈ, ਧਾਰਮਿਕ ਗ੍ਰੰਥਾਂ ਦੀ ਗੱਲ ਹੋ ਰਹੀ ਹੈ। ਦੇ ਬ੍ਰੌਟ ਇੰਡੀਆ ਬੈਕ ਟੂ ਦਾ ਪਾਥ ਆਫ ਪ੍ਰੋਗਰੈਸ, ਇਹਨਾਂ ਸਾਰੇ ਲੋਕਾਂ ਨੇ ਕੀ ਕੀਤਾ ਹੈ, ਸਾਰੇ ਸੰਤਾਂ ਨੇ ਕੀ ਕੀਤਾ ਹੈ ਕਿ ਇੰਡੀਆ ਨੂੰ ਦੁਬਾਰਾ ਪ੍ਰੋਗਰੈਸ ਦੇ ਰਸਤੇ ਤੇ ਲੈ ਕੇ ਆਏ ਨੇ। ਆ ਲਾਈਨ ਸਾਰੀ ਦੀ ਸਾਰੀ ਸੇਮ ਆ ਗਈ ਕਿ ਸ਼ੀ ਹੈਜ਼ ਸੇਵਡ ਸਟੋਮੀ ਏਜਿਸ, ਦਾ ਲਿਵਿੰਗ ਵਰਡ, ਦਾ ਸੇਮ ਉਹੀ ਲਾਈਨ ਆ ਗਈ। ਇੰਡੀਆ ਹੈਜ਼ ਦੀ ਪਾਵਰ ਆਫ ਬਾਈਂਡਿੰਗ ਟੂਗੈਦਰ, ਇਹ ਵੀ ਲਾਈਨ ਉੱਪਰ ਆਪਾਂ ਬੇਟਾ ਪੜ ਚੁੱਕੇ। ਸ਼ੀ ਹੈਜ਼ ਆਲਵੇਜ਼ ਸਟੂਡ ਫॉर ਯੂਨਿਟੀ ਐਂਡ ਹਾਰਮਨੀ, ਹਮੇਸ਼ਾ ਭਾਰਤੀ ਜਿਹੜੀ ਮਾਤਾ ਹੈ, ਭਾਰਤ ਹੈ, ਇਹ ਯੂਨਿਟੀ, ਏਕਤਾ ਅਤੇ ਹਾਰਮਨੀ। ਹਾਰਮਨੀ ਦਾ ਮਤਲਬ ਹੁੰਦਾ ਜਦ ਆਪਾਂ ਇੱਕ ਦੂਜੇ ਨਾਲ ਇੱਕ ਸੁਰ ਹੋ ਕੇ ਰਹਿੰਦੇ ਆ, ਹਾਰਮਨੀ, ਇੱਕ ਸੁਰ ਹੋਣਾ। ਤਾਂ ਇਸ ਦੇ ਨਾਲ ਇਹ ਹਮੇਸ਼ਾ ਇਕਸੁਰਤਾ ਦੇ ਨਾਲ ਅਤੇ ਏਕਤਾ ਦੇ ਨਾਲ ਖੜੀ ਰਹੀ ਹੈ। ਦਿਸ ਸਪਿਰਿਟ ਆਫ ਯੂਨਿਟੀ ਹੈਜ਼ ਹੈਲਪ ਇੰਡੀਆ ਟੂ ਸਰਵਾਈਵ, ਇਹ ਜਿਹੜੀ ਯੂਨਿਟੀ ਦੀ ਸਪਿਰਿਟ ਹੈ, ਏਕਤਾ ਦੀ ਭਾਵਨਾ ਹੈ, ਇਸ ਨੇ ਇੰਡੀਆ ਨੂੰ ਹਮੇਸ਼ਾ ਸਰਵਾਈਵ ਕਰਕੇ ਰੱਖਿਆ, ਬਚਾ ਕੇ ਰੱਖਿਆ। ਹਾਲਾਂਕਿ ਇੰਡੀਆ ਤੇ ਇੰਨੀ ਵਾਰੀ ਅਸੀਂ ਹਿਸਟਰੀ 'ਚ ਪੜ੍ਹੇ ਹਾਂ ਬੱਚਿਓ, ਕਿੰਨੇ ਹੀ ਹਮਲਾਵਰਾਂ ਨੇ ਇੰਡੀਆ ਤੇ ਹਮਲੇ ਕੀਤੇ ਨੇ, ਕਰਦੇ ਰਹੇ ਨੇ, ਲੇਕਿਨ ਇੰਡੀਆ ਦੇਖੋ ਆਪਣਾ ਕਲਚਰ ਵੀ ਬਚਾ ਕੇ ਇੰਡੀਆ ਨੇ ਰੱਖਿਆ। ਉਹਦਾ ਰੀਜ਼ਨ ਸਿਰਫ ਇੱਥੇ ਜਿਹੜੇ ਸਮੇਂ-ਸਮੇਂ ਤੇ ਮਹਾਂਪੁਰਖ ਜਨਮੇ ਨੇ, ਉਹਨਾਂ ਦੀਆਂ ਗਾਈਡਲਾਈਨਸ ਨੇ, ਜਿਨ੍ਹਾਂ ਨਾਲ ਇੰਡੀਆ ਹਮੇਸ਼ਾ ਸਰਵਾਈਵ ਕਰਦਾ ਰਿਹਾ।